गुरु नानक पग पंकज बंदन पग पंकज बंदन सिमरो अंगद दुख निकंदन अमरदास गुर गुर हृदय त्याओ श्री गुरु रामदास गुण गाओ श्री अर्जन विघ्नन के नाशक विघ्नन के नाशक हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाओ बहोरी श्री तेग बहादुर परम कृपाला वाहिगुरु परम कृपाला श्री गुरु गोबिंद सिंह विशाल तरौं तरा पर पुन पुन सीसा वाहिगुरु पुन पुन सीसा बंदों बार बार जगदीसा कहाँ बुद्ध प्रभु तुच्छ हमारी बरन सकै महिमा जो तिहारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी। सतनाम श्री वाहिगुरु साहिब जी निशानी छंद पंथ चलत चित चितवतो बद प्रेम विसाला नीर बिलोचन त्रेसवयो गद गद तिस काला पंथ चलत चित चितवयो बद प्रेम विसाला। वाहिगुरु जी का खालसा वाहिगुरु जी की फतेह। परम सम्मान योग सर्व सुखदाता जुगो जुग अटल सतगुरु श्री गुरु ग्रंथ साहिब सच्चे पातशाह महाराज जी दी पावन पवित्र हजूरी अंदर संगति रूप विच जुड़ बैठे गुरु रूप खालसा सत संगत जीओ आप जी वडभागे हो जो संध्या समय साहिब जी दे पवित्र दरबार दियां हाजरियां भर के अमृतमयी बाणी दा रस पीना कीर्तन गुरु घर दे सत्कारयोग कीर्तनियां दी रसना तो श्रवण कर रहे सी। आओ कुछ समा हजूर दी बख्शिश द्वारा जो लड़ीयार रूप दे अंदर पंचम पातशाह गुरु अर्जन देव महाराज उन्हां दे पवित्र जीवन दे संबंधी इतिहासक रूप विच कुछ घटनावां जो असीं रोजाना सरवण करदे हां जिवें कल दे दीवान विच आप जी सरवण कर रहे सी भाई गुरदास जी अमृतसर तो चल के लाहौर दे नज़दीक जो पिंड हेहर है जिथे तुरकां दी ओट लैके बाबा फिरथिया बसेरा बना के दिन कट रहा है बड़े प्यार नाल भाई साहब ने जाके समझाया तुसी गुरु दे वड्डे सपुत्र हो परायां दे दर ते बैठना शोभा नहीं दिंदा वापस चले आओ बड़ियां दलीलां ढंगां दे नाल समझाया
ਪਰ ਮਨ ਦੇ ਵਿੱਚ ਹੰਕਾਰ ਦੀ ਸੀਮਾ ਵੱਧ ਜਾਣ ਕਰਕੇ ਈਰਖਾ ਦੇ ਸਾੜੇ ਵਿੱਚ ਸੜਦਿਆਂ ਇੱਕ ਵੀ ਬਚਨ ਭਾਈ ਸਾਹਿਬ ਦਾ ਨਹੀਂ ਮੰਨਿਆ, ਸਗੋਂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਾਨ ਦੇ ਖਿਲਾਫ ਕਈ ਅਪਸ਼ਬਦ ਬੋਲੇ। ਦੁਖੀ ਹੋ ਕੇ ਭਾਈ ਗੁਰਦਾਸ ਇਸ ਹੰਕਾਰੀ ਮਨੁੱਖ ਤੋਂ ਪਾਸਾ ਕਰਕੇ ਵਾਪਸ ਚੱਲੇ ਆ ਰਹੇ ਨੇ ਤੇ ਆਉਂਦਿਆਂ ਜਿਵੇਂ ਗੁਰੂ ਪਿਆਰ ਦੇ ਵਿੱਚ ਭਿੱਜ ਕੇ ਆਪਣੇ ਅੰਦਰ ਭਾਵ ਪੈਦਾ ਕਰਦੇ ਨੇ, ਉਹਨਾਂ ਨੂੰ ਬਾਖੂਬੀ ਢੰਗ ਦੇ ਨਾਲ ਭਾਈ ਸੰਤੋਖ ਸਿੰਘ, ਜਿਨ੍ਹਾਂ ਨੇ ਗੁਰੂ ਦੇ ਦੀਦਾਰ ਦੀ ਝਲਕ ਨੂੰ ਮਾਣਿਆ, ਉਸ ਗੁਰਮੁਖ ਕਵੀ ਨੇ 2.5 ਲੱਖ ਪੰਕਤੀ ਆਪਣੇ ਗੁਰੂ ਦੀ ਉਸਤਤ ਵਿੱਚ ਬਿਆਨ ਕੀਤੀ ਹੈ। ਸਾਡੇ ਕੋਲ ਤਾਂ ਉਹ ਸ਼ਬਦ ਨਹੀਂ ਉਸ ਦਾ ਧੰਨਵਾਦ ਕਰ ਸਕੀਏ, ਕਿਉਂਕਿ ਅੱਜ ਕੱਲ ਜਿਤਨੇ ਵੀ ਕਿਤਾਬਾਂ ਨੇ, ਕੋਈ ਭੰਡਾਰ ਹੈ ਗੁਰਮਤਿ ਦਾ, ਲਿਟਰੇਚਰ ਹੈ, ਸਾਰਿਆਂ ਦਾ ਆਧਾਰ ਸੂਰਜ ਪ੍ਰਕਾਸ਼ ਗ੍ਰੰਥ ਹੈ। ਭਾਵਾਂ ਕਿ ਕਈ ਤਾਂ ਭਾਈ ਸਾਹਿਬ ਨੂੰ ਮਾੜਾ ਹੀ ਕਹਿੰਦੇ ਨੇ, ਪਰ ਹਵਾਲੇ ਉਹਨਾਂ ਦੇ ਦੇਣੇ ਪੈਂਦੇ ਨੇ। ਸਤਿਗੁਰੂ ਕਿਰਪਾ ਕਰਨ, ਗੁਰੂ ਪਿਆਰ ਵਿੱਚ ਭੇਜ ਕੇ ਉਹ ਆਪਣੇ ਸਤਿਗੁਰੂ ਦੀ ਮਹਿਮਾ ਕਿਵੇਂ ਬਿਆਨ ਕਰਦੇ ਨੇ, ਉਹ ਅੱਜ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਤਿਗੁਰੂ ਕਿਰਪਾ ਕਰਨ, ਸਭ ਨੂੰ ਸ਼ਰਧਾ ਭਾਵਨਾ ਵਾਲੀ ਸਰੋਤ ਬਖਸ਼ਿਸ਼ ਕਰਨ, ਅੰਦਰ ਦਾ ਟਿਕਾ ਬਖਸ਼ਿਸ਼ ਕਰਨ। ਆਓ ਇੱਕ ਵਾਰੀ ਰਸਨਾ ਪਵਿੱਤਰ ਕਰਦਿਆਂ ਸਾਰੇ ਪਿਆਰ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੰਥ ਚਲਤ ਚਿਤ ਚਿਤਵਿਓ, ਬਦ ਪ੍ਰੇਮ ਵਿਸਾਲਾ। ਭਾਈ ਗੁਰਦਾਸ ਜੀ ਕੁਝ ਸਮਾਂ ਬਾਬੇ ਪਿਰਥੀਏ ਦੇ ਕੋਲ ਠਹਿਰ ਕੇ ਸਵਾਲ ਜਵਾਬ ਕਰਕੇ ਯਤਨ ਕੋਈ ਫਲਿਆ ਨਹੀਂ, ਵਾਪਸ ਚੱਲੇ ਆ ਰਹੇ ਨੇ ਤੇ ਰਸਤੇ ਵਿੱਚ ਤੁਰਦਿਆਂ ਤੁਰਦਿਆਂ ਗੁਰੂ ਅਰਜਨ ਸਾਹਿਬ ਦੇ ਪਿਆਰ ਨੇ ਬੇਬਲ ਕਰ ਦਿੱਤਾ ਹੈ। ਮਨ ਬੈਰਾਗੀ ਹੋ ਗਿਆ ਹੈ। ਸਤਿਗੁਰੂ ਦੇ ਦੀਦਾਰ ਦੀ ਝਲਕ ਪਾਉਣ ਵਾਸਤੇ ਬੜੀ ਤੇਜ਼ੀ ਦੇ ਨਾਲ ਤੁਰ ਕੇ ਪੈਂਡਾ ਤੈਅ ਕਰ ਰਹੇ ਹਨ। ਨੀਰ ਬਲੋਚਨ ਤ੍ਰੇ ਸਵਿਓ, ਗਦ ਗਦ ਤੇ ਸਕਾਲਾ। ਉਸ ਸਮੇਂ ਗਦ ਗਦ ਹੋ ਗਏ ਜਦੋਂ ਗੁਰੂ ਕੀ ਯਾਦ ਹਿਰਦੇ ਵਿੱਚ ਆ ਗਈ ਤੇ ਸਹਿਜ ਸੁਭਾਅ ਨੇਤਰਾਂ ਦੇ ਵਿੱਚ ਜਲ ਭਰ ਆਇਆ। ਯਾਦ ਰੱਖਣਾ, ਜਿਸ ਸਮੇਂ ਗੁਰੂ ਨਾਨਕ ਪਾਤਸ਼ਾਹ ਸੰਗਲਾ ਦੀਪ ਦੀ ਧਰਤੀ, ਜਿਹਨੂੰ ਅੱਜ ਕੱਲ ਸ਼੍ਰੀਲੰਕਾ ਕਿਹਾ ਜਾਂਦਾ ਹੈ, ਇੱਥੋਂ ਦਾ ਰਾਜਾ ਸ਼ਿਵਨਾਭ, ਜਿਹਨੂੰ ਭਾਈ ਮਨ ਸੁਖ ਦੀ ਸੰਗਤ ਪ੍ਰਾਪਤ ਹੋਈ ਸੀ, ਗੁਰੂ ਨਾਨਕ ਸਾਹਿਬ ਦਾ ਸਿੱਖ, ਉਸ ਸਮੇਂ ਸਮੁੰਦਰੀ ਬੇੜਿਆਂ ਵਿੱਚ ਵਪਾਰ ਕਰਦਾ ਸੀ, ਬੜਾ ਵੱਡਾ ਵਪਾਰੀ ਸੀ। ਪਰ ਐਸੇ ਗੁਰੂ ਕੇ ਚਰਨ ਪਕੜੇ ਨੇ, ਉਥੋਂ ਦੇ ਬਾਦਸ਼ਾਹ ਨਾਲ ਕੁਝ ਘੜੀਆਂ ਸੰਗਤ ਹੋਈ, ਗੁਰੂ ਨਾਨਕ ਦਾ ਬਣਾ ਦਿੱਤਾ। ਰਾਤ ਦਿਨ ਯਾਦ ਵਿੱਚ ਟਿਕਿਆ ਰਹਿੰਦਾ ਹੈ, ਕਿਉਂਕਿ ਭਾਈ ਮਨਸੁਖ ਦੱਸ ਗਿਆ ਸੀ, ਬਾਹਰੀ ਯਤਨਾਂ ਨਾਲ ਨਹੀਂ, ਤੂੰ ਇੱਥੇ ਬੈਠ ਕੇ ਸਿਮਰ, ਯਾਦ ਕਰ, ਗੁਰੂ ਨਾਨਕ ਖੁਦ ਤੇਰੇ ਕੋਲ ਚੱਲ ਕੇ ਆਉਣਗੇ। ਸਿਮਰਨ ਦੇ ਵਿੱਚ ਏਡੀ ਵੱਡੀ ਪ੍ਰਾਪਤੀ ਹੈ। ਸਿਮਰਨ ਜ਼ੁਬਾਨ ਦੇ ਨਾਲ ਨਹੀਂ, ਸਿਮਰਨ ਦਾ ਸੰਬੰਧ ਸਾਡੇ ਮਨ ਦੇ ਨਾਲ ਹੈ। ਮਨ ਮਹਿ ਸਿਮਰਨ ਕਰਿਆ, ਜਿਹੜਾ ਮਨ ਕਰਕੇ ਗੁਰੂ ਨੂੰ ਯਾਦ ਕਰਦਾ ਹੈ, ਇੱਕ ਨਾ ਇੱਕ ਦਿਨ ਗੁਰੂ ਨਾਨਕ ਨੂੰ ਉੱਥੇ ਪਹੁੰਚਣ ਵਾਸਤੇ ਮਜਬੂਰ ਹੋਣਾ ਪੈਂਦਾ, ਪਹੁੰਚ ਕੇ ਹੀ ਰਹਿਣਗੇ, ਕਿਉਂਕਿ ਉਹ ਪਿਆਰ ਦੇ ਬੱਧੇ ਖਿੱਚੇ ਚੱਲੇ ਆਉਂਦੇ ਨੇ। ਬਥੇਰੇ ਲੋਕਾਂ ਨੇ ਕਿਹਾ ਸੀ, ਜਿਹਨੂੰ ਨਾ ਤੁਸੀਂ ਜਾਣਦੇ ਨਹੀਂ, ਕਦੇ ਦੇਖਿਆ ਨਹੀਂ, ਇੱਕ ਵਪਾਰੀ ਦੇ ਕਹਿਣ ਤੇ ਇੰਨਾ ਵੈਰਾਗ ਕਿਉਂ? ਭਾਈ ਮਨ ਸੁਖ ਦੀ ਸੰਗਤ ਦਾ ਸਦਕਾ ਰਾਜਾ ਸ਼ਿਵਨਾਭ ਕਹਿਣ ਲੱਗਾ, ਜਿਹਦੀ ਯਾਦ ਦੇ ਵਿੱਚ ਇੰਨਾ ਸਕੂਨ ਆਉਂਦਾ, ਇੰਨਾ ਆਨੰਦ ਆਉਂਦਾ, ਜਿਸ ਦਿਨ ਉਹ ਆਪ ਆ ਜਾਏਗਾ ਸਾਹਮਣੇ, ਕਿੰਨਾ ਕੁ ਖੇੜਾ ਅੰਦਰ ਨੂੰ ਮਿਲੇਗਾ। ਐਸੇ ਸਤਿਗੁਰੂ ਦੀਨ ਦਿਆਲ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਯਾਦ ਨੂੰ ਯਾਦ ਕਰਦਿਆਂ ਭਾਈ ਗੁਰਦਾਸ ਦੇ ਨੇਤਰ ਛਲਕ ਪਏ। ਸ਼੍ਰੀ ਗੁਰ ਪਗ ਪੰਕਜ ਮ੍ਰਿਦਲ ਔਰ ਵਿਖੈ ਬਸਾਏ। ਆਪਣੇ ਹਿਰਦੇ ਘਰ ਦੇ ਅੰਦਰ ਗੁਰੂ ਦੇ ਚਰਨ ਵਰਗੇ ਕੋਮਲ ਤੇ ਨਿਰਮਲ ਦੀਦਾਰ ਦੀ ਝਲਕ ਪਾਉਣ ਵਾਸਤੇ ਆਪਣੇ ਅੰਦਰ ਵੱਲ ਝਾਕਦੇ ਹਨ। ਸੁੰਦਰ ਦਰਸ਼ਨ ਦੇਖ ਬੇ ਮਨ ਮਾਹੇ ਕੁਲਾਏ। ਮਨ ਦੇ ਵਿੱਚ ਬੜਾ ਕੋਲਾਹਲ ਚਾਹ ਪੈਦਾ ਹੋਇਆ, ਬੜੀ ਛੇਤੀ ਛੇਤੀ ਕਿ ਮੈਂ ਜਾ ਕੇ ਦਰਸ਼ਨ ਕਰ ਲਵਾਂ। ਪੰਥ ਚਲਤ ਪਾਸੀ ਗਰਹੀ ਦਿਸ ਅੰਮ੍ਰਿਤ ਤਾਲਾ। ਜਿਸ ਪਾਸੇ ਅੰਮ੍ਰਿਤਸਰ ਵਸਿਆ ਸ਼ਹਿਰ ਗੁਰੂ ਕੀ ਨਗਰੀ ਏ, ਲਾਹੌਰ ਤੋਂ ਹੇਰਾ ਪਿੰਡ ਤੋਂ ਚੱਲਦਿਆਂ ਭਾਈ ਗੁਰਦਾਸ ਬੜੀ ਤੇਜ਼ੀ ਦੇ ਨਾਲ ਪੈਂਡਾ ਤੈਅ ਕਰ ਰਹੇ ਹਨ। ਪਹੁੰਚਿਓ ਤੂਰਨ ਜਾਏ ਕੈ ਸ੍ਰੀ ਗੁਰ ਕੀ ਸ਼ਾਲਾ। ਜਿੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਆਪਣੇ ਮਹੱਲਾਂ ਦੇ ਵਿੱਚ ਨਿਵਾਸ ਰੱਖਦੇ ਸਨ,
ਪਹੁੰਚਦਿਆਂ ਸਾਰ ਭਾਈ ਗੁਰਦਾਸ ਸਿੱਧਾ ਗੁਰੂ ਅਰਜਨ ਸਾਹਿਬ ਦੇ ਕੋਲ ਬੈਠ ਗਏ। ਬੰਧਨ ਪਦ ਅਰਬਿੰਦ ਕਰ ਲੋਚਨ ਪਰ ਹੇਰੇ। ਆਪਣੇ ਅੱਖਾਂ ਦੇ ਵਿੱਚ ਨੇਤਰਾਂ ਦੇ ਨਾਲ ਜਲ ਦੇ ਨਾਲ ਗੁਰੂ ਅਰਜਨ ਸਾਹਿਬ ਦੇ ਚਰਨ ਧੋ ਦਿੱਤੇ, ਨਮਸਕਾਰ ਕੀਤੀ, ਪਰਕਰਮਾ ਕਰਕੇ ਬੰਦਨਾ ਕਰਕੇ ਚਰਨਾਂ ਦੇ ਵਿੱਚ ਝੁਕ ਗਏ। ਪਰਮ ਪ੍ਰੇਮ ਪੁਲਕਾਵਲੀ ਆਨੰਦ ਉਮਗੇਰੇ। ਆ ਸਿੱਖ ਦੀ ਇਹ ਸੰਭਾਵਨਾ ਪੂਰੀ ਪੂਰੀ ਬਣੀ ਰਹਿੰਦੀ ਹੈ। ਜਿਹਦੇ ਅੰਦਰ ਚਾਹ ਖੇੜਾ ਪੈਦਾ ਹੋ ਜਾਏ ਉਹਦੇ ਰੋਮ ਰੋਮ ਦੇ ਵਿੱਚ ਚਰਨਾਹਟ ਛਿੜ ਜਾਂਦੀ ਹੈ। ਇਹ ਉਹਨਾਂ ਗੁਰਮੁਖਾਂ ਦੀ ਵਾਰਤਾ ਹੈ ਜਿਹੜੇ ਪੜ੍ਹਦੇ ਨਹੀਂ ਜੀਵਨ ਨੂੰ ਕਮਾਉਂਦੇ ਨੇ। ਇਹ ਕਮਾਉਣ ਵਾਲਿਆਂ ਦੀ ਦਸ਼ਾ ਹੈ ਕਿ ਗੁਰਮੁਖ ਰੋਮ ਰੋਮ ਹਰ ਧਿਆਵੇ, ਉਹੀ ਜਾਣਦਾ ਹੈ, ਦੂਸਰੇ ਨੂੰ ਸਿੱਧ ਨਹੀਂ ਕੀਤਾ ਜਾ ਸਕਦਾ। ਬੜੀ ਵਾਰੀ ਵਿਵਾਦ ਪੈਦਾ ਹੋ ਜਾਂਦਾ, ਸਿੱਧ ਕਰਕੇ ਦਿਖਾਓ, ਸ਼ਬਦਾਂ ਦੇ ਦੁਆਰਾ ਸਾਨੂੰ ਸਮਝਾਓ। ਜਿਸ ਘਰ ਦੀ ਗੁਰੂ ਨਾਨਕ ਗੱਲ ਕਰਦੇ ਨੇ ਖੁਦ ਤਸਲੀਮ ਕਰਦੇ ਨੇ, ਨਾਨਕ ਕਥਨਾ ਕਰੜਾ ਸਾਰ, ਉਸ ਦੇ ਘਰ ਨੂੰ ਕਥਿਆ ਨਹੀਂ ਜਾ ਸਕਦਾ। ਜੇ ਤੁਸੀਂ ਕਹੋ ਵੀ ਸਾਡੀ ਬੋਲੀ ਵਿੱਚ ਸਿੱਧ ਕਰਕੇ ਦੱਸੋ, ਨਹੀਂ ਕਿਹਾ ਜਾ ਸਕਦਾ। ਸ਼ਬਦ ਤਾਂ ਇੰਨੇ ਥੋਥੇ ਰਹਿ ਜਾਂਦੇ ਨੇ, ਅਧੂਰੇ ਰਹਿ ਜਾਂਦੇ ਨੇ, ਹੌਲੇ ਪੈ ਜਾਂਦੇ ਨੇ। ਇੱਕ ਕੋਇਲ ਕਿਵੇਂ ਬੋਲਦੀ ਏ, ਇੱਕ ਘੋੜਾ ਕਿਵੇਂ ਹਿਣਕਦਾ, ਹਾਲਾਂਕਿ ਇਸ ਧਰਤੀ ਦੇ ਜੀਵ ਨੇ, ਪਰ ਕੋਈ ਹੈ ਮਾਈ ਕਾ ਲਾਲ ਜਿਹੜਾ ਸ਼ਬਦਾਂ ਵਿੱਚ ਲਿਖ ਕੇ ਦੱਸ ਦੇ ਘੋੜਾ ਕਿਵੇਂ ਹਿਣਕਦਾ, ਕੋਇਲ ਕਿਵੇਂ ਕੂਕਦੀ ਏ, ਉਹਨੂੰ ਬੋਲ ਕੇ ਦੱਸਿਆ ਜਾ ਸਕਦਾ। ਉਹ ਜਿਹਾ ਘੋੜੇ ਨੂੰ ਸੁਣਾ ਕੇ ਕਿਹਾ ਜਾ ਸਕਦਾ ਵੀ ਦੇਖ ਇਸ ਤਰ੍ਹਾਂ ਹਿਣਕਦਾ ਹੈ। ਸ਼ਬਦਾਂ ਦੇ ਨਾਲ ਉਹਨੂੰ ਸਿੱਧ ਨਹੀਂ ਕੀਤਾ ਜਾ ਸਕਦਾ, ਸ਼ਬਦਾਂ ਦੇ ਨਾਲ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਉਹਦੇ ਘਰ ਦੇ ਵਿੱਚ ਕੀ ਦਾਤਾਂ ਵਰਤਦੀਆਂ ਨੇ ਤਾਂ ਕਿ ਰੂਪ ਨਾ ਕਥਨੇ ਜਾਏ, ਨਹੀਂ ਕਿਹਾ ਜਾ ਸਕਦਾ। ਜੋ ਕੁਝ ਉੱਥੇ ਆਗੰਮੀ ਕੌਤਕ ਵਰਤਦੇ ਉਹਨੂੰ ਸਾਡੀ ਬੋਲੀ ਵਿੱਚ ਬਿਆਨ ਨਾ ਕੀਤਾ ਜਾ ਸਕੇ ਤੇ ਅਸੀਂ ਅਨਕਾਰੀ ਨਹੀਂ ਹੋ ਸਕਦੇ ਵੀ ਇਹ ਸਭ ਕੁਝ ਝੂਠ ਹੈ। ਬਾਣੀ ਜੁਗੋ ਜੁਗ ਅਟਲ ਹੈ, ਰੰਚਕ ਮਾਤਰ ਵੀ ਕਿਧਰੇ ਝੂਠ ਦਾ ਅੰਸ਼ ਨਹੀਂ ਹੈ। ਸ੍ਰੀ ਅਰਜਨ ਦੀ ਦੇਖ ਕੇ ਸੁਧ ਬੂਝਨ ਕੀਨੀ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਭਾਈ ਗੁਰਦਾਸ ਦਾ ਪਿਆਰ ਦੇਖਿਆ, ਆਪਣੇ ਹਸਤ ਕਮਲਾ ਦੇ ਨਾਲ ਮੁਖ ਨੂੰ ਉੱਪਰ ਚੁੱਕਿਆ, ਬੜੇ ਪਿਆਰ ਦੇ ਨਾਲ ਕਹਿਣ ਲੱਗੇ, ਭਾਈ ਸਾਹਿਬ ਦੱਸੋ ਕੀ ਵਰਤਾਰਾ ਵਰਤਿਆ ਹੈ। ਕਹੋ ਭਰਾਤ ਕੀ ਵਾਰਤਾ ਕੈਸੀ ਬਦ ਕੀਨੀ। ਹਾਂ ਦੱਸੋ ਸਾਡੇ ਵੱਡੇ ਭਰਾਤਾ ਬਾਰੇ ਕਿਸ ਢੰਗ ਨਾਲ ਤੁਹਾਡੇ ਪੇਸ਼ ਆਏ ਨੇ, ਕਿਵੇਂ ਗੱਲਬਾਤ ਹੋਈ ਹੈ। ਕਿਸ ਪ੍ਰਕਾਰ ਕੋ ਮਤ ਹੈ ਆਵਨ ਇਸ ਥਾਨਾ। ਹਾਂ ਕੀ ਉਹਨਾਂ ਦਾ ਸੁਭਾਅ ਕੁਝ ਬਦਲਿਆ ਕਿ ਨਹੀਂ ਬਦਲਿਆ, ਕੀ ਉਹ ਵਾਪਸ ਅੰਮ੍ਰਿਤਸਰ ਆਉਣ ਵਾਸਤੇ ਰਾਜੀ ਨੇ ਕਿ ਜਾਂ ਤੁਰਕਾਂ ਦੇ ਦਵਾਰ ਵੱਲ ਜਾ ਰਹੇ ਹਨ। ਦੁਸ਼ਟ ਸੁਭਾਵ ਤਿਆਗਿਓ ਮਾਨਿਓ ਕੇ ਨਾ ਮਾਨਾ। ਮਹਾਰਾਜ ਕਹਿਣ ਲੱਗੇ ਉਹਨੇ ਆਪਣੇ ਅੰਦਰ ਦੀ ਕਠੋਰਤਾ ਨੂੰ ਛੱਡਿਆ ਕਿ ਨਹੀਂ ਛੱਡਿਆ, ਕਿ ਉਹ ਸਾਡੇ ਬਚਨ ਮੰਨਣ ਵਾਸਤੇ ਤਿਆਰ ਹੋਇਆ ਜਾਂ ਨਹੀਂ ਹੋਇਆ। ਹੱਥ ਬੰਦ ਭਾਈ ਕਹਿਓ ਤੁਮ ਪਰਬਲ ਮਾਇਆ। ਹੱਥ ਜੋੜ ਲੈ ਭਾਈ ਗੁਰਦਾਸ ਨੇ, ਕਿਉਂਕਿ ਜਾਣਦੇ ਨੇ ਗੁਰੂ ਬਾਣੀ ਦੇ ਵਿਆਖਿਆਕਾਰ ਨੇ। ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਤੁਹਾਡੀ ਮਾਇਆ ਏਡੀ ਪਰਬਲ ਹੈ। ਜੋਗੀ ਮੁਨ ਜਨ ਆਦ ਤੇ ਕੋ ਨਾ ਪਰਮਾਇਆ। ਕਹਿਣ ਲੱਗੇ ਆਦ ਤੋਂ ਲੈ ਕੇ ਜਿਤਨੇ ਵੀ ઋષਿ ਮੁਨੀ ਜੋਗੀ ਹੋਏ ਨੇ ਉਸ ਮਾਇਆ ਨੇ ਇਹਨਾਂ ਸਾਰਿਆਂ ਨੂੰ ਪਰਮਾ ਲਿਆ ਹੈ। ਮਾਇਆ ਦਾ ਅਰਥ ਕੱਲਾ ਪੈਸਾ ਨਹੀਂ ਹੁੰਦਾ, ਇਹ ਮਾਇਆ ਦੀ ਖੇਡ ਹੈ ਜੋ ਕੁਝ ਪਿਰਥੀ ਚੰਦ ਨਾਲ ਹੁੰਦਾ ਪਿਆ ਹੈ। ਕਹਿਣ ਲੱਗੇ ਸਤਿਗੁਰੂ ਉਸ ਨੂੰ ਮਾਇਆ ਨੇ ਭਰਮਾ ਲਿਆ ਹੈ। ਜਥਾ ਭਵਿਖਿਅਤ ਕ੍ਰਿਤ ਕੋ ਕਰਵੇ ਕੋ ਚਾਹੀ। ਬਾਕੀ ਸਤਿਗੁਰੂ ਤੁਸੀਂ ਅੰਤਰਜਾਮੀ ਹੋ, ਜਿਵੇਂ ਭਵਿੱਖਤ ਦੇ ਵਿੱਚ ਤੁਸੀਂ ਕਰਨਾ ਲੋੜਦੇ ਹੋ, ਸਚਾਈ ਇਹ ਨਾ ਪਿਰਥੀਏ ਦੇ ਵਸ ਦੀ ਗੱਲ ਹੈ। ਇਹ ਉਵੇਂ ਕਾਰਜ ਚੱਲ ਰਿਹਾ ਜਿਵੇਂ ਤੁਸੀਂ ਖੁਦ ਕਰਨਾ ਲੋਚਦੇ ਹੋ। ਇਸ ਪ੍ਰਕਾਰ ਹੀ ਬਨ ਸਕੈ ਹੋਏ ਅਨਤੈ ਨਹੀਂ। ਹਾਂ ਜਿਵੇਂ ਤੁਸੀਂ ਚਾਹੁੰਦੇ ਇਸ ਧਰਤੀ ਤੇ ਕਰਨਾ, ਇਸ ਪ੍ਰਿਥਵੀ ਵਿੱਚ ਜੋ ਕੁਝ ਵੀ ਮਰਿਆਦਾ ਤੋਰਨੀ ਉਵੇਂ ਹੀ ਹੋ ਰਿਹਾ, ਇੱਕ ਤਿਣਕਾ ਵੀ ਇੱਧਰ ਉੱਧਰ ਨਹੀਂ ਹਿੱਲਦਾ। ਜਿਸ ਪਰ ਕਰੁਣਾ ਨਿਜ ਕਰੋ ਦੇ ਹੱਥ ਬਚਾਵੋ। ਹਾਂ ਜਿਨ੍ਹਾਂ ਦੇ ਉਸੇ ਤੁਸੀਂ ਕਿਰਪਾ ਕਰਕੇ ਮਿਹਰ ਭਰਿਆ ਹੱਥ ਰੱਖ ਦਿੰਦੇ ਹੋ, ਉਹਨਾਂ ਨੂੰ ਤੁਸੀਂ ਇਸ ਮਾਇਆ ਤੋਂ ਬਚਾ ਲੈਂਦੇ ਹੋ। ਨਿੰਦਕ ਦੁਰਜਨ ਸਿੰਧ ਭਾਵ ਤਿਸ ਬਿਖੈ ਡੁਬਾਵੋ। ਜਿਹੜੇ ਤੁਹਾਡੇ ਦਰ ਦੇ ਨਾਲ ਮੱਥਾ ਲਾਉਂਦੇ ਨੇ, ਨਿੰਦਿਆ ਕਰਦੇ ਨੇ, ਝੂਠ ਬੋਲਦੇ ਨੇ, ਉਹ ਆਪਣੇ ਆਪ ਹੀ ਇਸ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ। ਕਿਮ ਉਧਾਰ ਤਿਨ ਹੋਏ ਸਕੈ ਗੋਤੇ ਨਿਤ ਖਾਵੈ। ਹਾਂ ਉਹਨਾਂ ਦਾ ਉਧਾਰ ਹੁਣ ਕਿਵੇਂ ਹੋ ਸਕਦਾ ਹੈ, ਜਿਸ ਥਾਂ ਤੋਂ ਅੰਮ੍ਰਿਤ ਪ੍ਰਾਪਤ ਕਰਨਾ ਉੱਥੋਂ ਹੀ ਮੱਥਾ ਲਾ ਲਿਆ।
ਜਿੱਥੋਂ ਜ਼ਿੰਦਗੀ ਮਿਲਣੀ ਸੀ ਉੱਥੇ ਮੌਤ ਲੱਭ ਲਈ। ਹੁਣ ਹੋਰ ਕੋਈ ਥਾਂ ਨਹੀਂ, ਇੱਕੋ ਸਤਿਗੁਰੂ ਦਾ ਦਵਾਰਾ ਜਿੱਥੇ ਖੋਟਿਆਂ ਤੋਂ ਖਰੇ ਹੋਈਦਾ ਹੈ। ਹੋਤ ਨਾ ਪ੍ਰਾਪਤ ਹੋਤ ਹੈ, ਕਿਮ ਤਟ ਪਰ ਆਵੈ। ਮਹਾਰਾਜ ਹੋਰ ਕੋਈ ਜਹਾਜ਼ ਨਹੀਂ ਇਸ ਭਵ ਸਾਗਰ ਤੋਂ ਪਾਰ ਕਰ ਸਕੀਏ। ਅੱਜ ਸਵੇਰੇ ਲੜੀਵਾਰ ਕਥਾ ਵਿੱਚ ਸ਼ਬਦ ਆਇਆ ਸੀ ਗੁਰੂ ਅਰਜਨ ਦੇਵ ਮਹਾਰਾਜ ਦਾ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ। ਇਹ ਸਾਰੇ ਧਰਮ ਦੇ ਕਰਮ ਨੇ। ਪਾਠ ਪੜ੍ਹਨਾ ਅਸੀਂ ਵੀ ਪੜ੍ਹਦੇ ਹਾਂ, ਪਰ ਗੁਰੂ ਅਰਜਨ ਸਾਹਿਬ ਪ੍ਰਵਾਨ ਨਹੀਂ ਕਰਦੇ ਪਏ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ। ਪੰਚ ਜਨਾ ਸੋ ਸੰਗ ਨਾ ਛੁਟਕਿਓ ਅਦਕ ਅਹਮ ਬੁੱਧ ਬਾਧੇ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਅਰਦਾਸ ਕਰਿਆ ਕਰ ਮਾਲਕ ਦੇ ਚਰਨਾਂ ਵਿੱਚ ਵੀ ਜਿਹੜੇ ਧਰਮ ਦੇ ਕਰਮ ਕਰਨਾ ਪਏ, ਇਹਨਾਂ ਕਰਮਾਂ ਦੇ ਨਾਲ ਕਿਤੇ ਅੰਦਰ ਹਉਮੈ ਨਾ ਆ ਜਾਏ। ਜੇ ਅੰਦਰ ਹਉਮੈ ਟਿਕੀ ਰਹੀ, ਸੱਚਾਈ ਇਹ ਹੈ ਤੇਰਾ ਕੋਈ ਵੀ ਕੀਤਾ ਹੋਇਆ ਕਰਮ, ਭਾਵੇਂ ਉਹ ਧਰਮ ਦਾ ਕਰਮ ਕਿਉਂ ਨਾ ਹੋਵੇ, ਭਾਵੇਂ ਸਵੇਰ ਦਾ ਨੇਮ ਨਿਭਾ, ਬਾਣੀ ਪੜ੍ਹ, ਪਰ ਮਾਲਕ ਦੇ ਦਰ ਤੇ ਪ੍ਰਵਾਨ ਨਹੀਂ ਹੋਏਗਾ। ਬਾਣੀ ਪਿਰਥੀਆ ਬੜਾ ਪੜ੍ਹਦਾ ਹੈ, ਐਸੀ ਕੋਈ ਗੱਲ ਨਹੀਂ। ਬਾਬੇ ਪਿਰਥੀਏ ਦੇ ਪੁੱਤਰ ਵੱਲ ਦੇਖੋ, ਮਿਹਰਬਾਨ ਗੁਰੂ ਨਾਨਕ ਦੀ ਕਾਪੀ ਕਰਦਾ ਹੈ ਬਾਣੀ ਦੀ। ਪੂਰੇ ਸ਼ਬਦ ਉਹੋ ਜਿਹੇ ਉਚਾਰ ਦਿੰਦਾ ਹੈ ਜਿਹੋ ਜਿਹੇ ਗੁਰੂ ਅਰਜਨ ਸਾਹਿਬ ਉਚਾਰਦੇ ਨੇ। ਬੜਾ ਵੱਡਾ ਵਿਦਵਾਨ ਹੈ। ਮਿਹਰਬਾਨ ਪੁੱਤਰ ਪਿਰਥੀਏ ਦਾ ਕਵੀਸ਼ਰੀ ਕਰੇ। ਹਿੰਦੀ, ਪਾਰਸੀ, ਸੰਸਕ੍ਰਿਤ ਨਾਲੇ ਗੁਰਮੁਖੀ ਪੜ੍ਹੇ। ਤਿੰਨ ਭੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਕਾ ਹੀ ਪਾਈ। ਅੰਤ ਵਿੱਚ ਸ਼ਬਦ ਉਹ ਵੀ ਗੁਰੂ ਨਾਨਕ ਹੀ ਵਰਤ ਦਿੰਦਾ ਹੈ, ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਧਰਮ ਦਾ ਕਰਮ ਬੜਾ ਸ਼ੁਭ ਕਰਮ ਕਰਦਾ ਪਿਆ, ਸਗੋਂ ਕੱਚੀ ਬਾਣੀ ਉਚਾਰਦਾ ਪਿਆ। ਪਰ ਜਿਨ੍ਹਾਂ ਦੇ ਅੰਦਰ ਦ੍ਰਿੜਤਾ ਨਹੀਂ, ਉਹ ਡੋਲ ਜਾਂਦੇ ਨੇ, ਉਹਨਾਂ ਦੇ ਪਿੱਛੇ ਲੱਗ ਜਾਂਦੇ ਨੇ। ਇਸ ਕਰਕੇ ਸਤਿਗੁਰੂ ਨੇ ਸਾਵਧਾਨ ਕੀਤਾ, ਜਦੋਂ ਧਰਮ ਦਾ ਕਰਮ ਕਰੇਗਾ ਇਹ ਵੀ ਨਾਲ ਯਾਦ ਰੱਖੀ, ਸਾਵਧਾਨ ਇਕਾਗਰ ਚੀਤ। ਜ਼ਰੂਰੀ ਨਹੀਂ ਸਾਰਿਆਂ ਨੂੰ ਗੁਰੂ ਦੇ ਦਰ ਤੋਂ ਜ਼ਿੰਦਗੀ ਮਿਲਦੀ ਹੋਵੇ, ਸਾਰਿਆਂ ਦਾ ਜਨਮ ਹੁੰਦਾ, ਪਰ ਕੁਝ ਬੱਚੇ ਐਸੇ ਵੀ ਨੇ ਜਨਮ ਤਾਂ ਹੁੰਦਾ, ਮਰਿਆਂ ਹੋਇਆਂ ਦਾ ਵੀ ਹੋ ਜਾਂਦਾ ਹੈ। ਜ਼ਰੂਰੀ ਨਹੀਂ ਸਾਰਿਆਂ ਦੇ ਸਵਾਸ ਚੱਲਦੇ ਹੋਣ। ਤਾਂ ਕਰਕੇ ਸਤਿਗੁਰੂ ਨੇ ਬਾਣੀ ਵਿੱਚ ਵੀ ਤਾਕੀਦ ਕੀਤੀ। ਭਾਈ ਗੁਰਦਾਸ ਨੂੰ ਵੀ ਕਹਿਣਾ ਪਿਆ, ਕੀਤੇ ਗਰਭ ਗਲੇ ਹੈ, ਕਈ ਗਰਭ ਦੇ ਵਿੱਚ ਹੀ ਗਲ ਗਏ ਨੇ। ਇੰਨਾ ਹੰਕਾਰੀ ਹੋ ਗਏ ਨੇ, ਗੁਰੂ ਦੇ ਦੁਆਰੇ ਤੇ ਆ ਕੇ ਈਰਖਾ ਕਰੀ ਜਾਂਦੇ ਨੇ ਇੱਕ ਦੂਸਰੇ ਦੇ ਨਾਲ। ਹੁਣ ਇੱਥੋਂ ਤਾਂ ਜਨਮ ਲੈਣਾ ਸੀ, ਜ਼ਿੰਦਗੀ ਲੈਣੀ, ਉਹਨਾਂ ਇੱਥੋਂ ਹੀ ਮੌਤ ਲੈ ਲਈ। ਹੁਣ ਇਹ ਕਿੱਥੇ ਜਾ ਕੇ ਪਾਰ ਉਤਾਰਾ ਹੋਏਗਾ। ਜਥਾ ਕਿਰਿਆ ਬੂਲਨ ਗਤੀ ਪਾਖੰਡ ਕਰੰਤਾ। ਕਹਿਣ ਲੱਗਾ ਭਾਈ ਗੁਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਰੀਸ ਕਰਦਾ ਉੱਥੇ ਬੈਠ ਕੇ। ਬਾਬਾ ਪਿਰਥੀਆ ਤੁਹਾਡੇ ਵਰਗਾ ਪਹਿਰਾਵਾ ਰੱਖਦਾ ਹੈ, ਪਖੰਡ ਕਰਦਾ ਹੈ, ਤੁਹਾਡੇ ਵਰਗੀ ਬੋਲੀ ਬੋਲ ਕੇ ਲੋਕਾਂ ਨੂੰ ਕਥਾ ਸੁਣਾਉਂਦਾ ਹੈ, ਕੀਰਤਨ ਸੁਣਾਉਂਦਾ ਹੈ, ਤੇ ਝੂਠ ਦੇ ਪਲਾਵੇ ਦੇ ਵਿੱਚ ਵਰਗ ਲਿਆ ਹੈ। ਜਿਮ ਦੁਰਜਨਤਾ ਕਰਤ ਹੈ, ਜਿਮ ਲੋਭ ਧਰੰਤਾ। ਕਹਿਣ ਲੱਗੇ ਮਹਾਰਾਜ ਇਸ ਤਰ੍ਹਾਂ ਦੀ ਦੁਸ਼ਟਤਾ ਕਮਾਉਂਦਾ ਪਿਆ ਜਿਵੇਂ ਕੋਈ ਰੋਗੀ ਬੰਦਾ ਖਿੱਚ ਕੇ ਰੋਗ ਦੇ ਵਿੱਚ ਕਰਲਾਉਂਦਾ ਹੈ। ਜਿਮ ਪਰਲੋਕ ਮੈਂ ਗਤੀ ਹੋਏ, ਜਿਮ ਮਨ ਕੋ ਪਾਪੀ। ਹਾਂ, ਇਸ ਤਰ੍ਹਾਂ ਦਾ ਮਨ ਪਾਪੀ ਬਣਾ ਲਿਆ ਵੀ ਲੋਕ ਪਰਲੋਕ ਦੇ ਵਿੱਚ ਹੁਣ ਕੋਈ ਇਹਦੇ ਵਾਸਤੇ ਥਾਂ ਨਹੀਂ ਬਚੀ ਜਿੱਥੇ ਜਾ ਕੇ ਉਧਾਰ ਕਰਾ ਸਕੇ। ਪਰ ਜਸ ਪਰ ਐਸ ਵਰਜ ਪੇਖ, ਜਿਮ ਹੋਇਆ ਸੰਤਾਪੀ। ਕਹਿਣ ਲੱਗੇ ਹਾਲਾਤ ਇਹੋ ਜਿਹੇ ਬਣ ਗਏ ਨੇ ਪਿਰਥੀ ਚਾਂਦੇ, ਜਿਵੇਂ ਕੋਈ ਪਰਾਏ ਦਾ ਸੁੱਖ ਦੇਖ ਕੇ ਆਪਣੇ ਘਰ ਬੈਠੇ ਸੜਦਾ ਰਹਿੰਦਾ ਹੈ ਈਰਖਾ ਦੀ ਅੱਗ ਵਿੱਚ। ਕਹਿੰਦੇ ਉਹ ਹਾਲਾਤ ਹਨ ਬਾਬੇ ਪਿਰਥੀਏ ਦੇ। ਵਾਰ ਕਰੀ ਪਰਥਾਏ ਤਿਸ ਹੈ ਜਥਾ ਬਿਕਾਰੀ। ਹੁਣ ਭਾਈ ਸਾਹਿਬ ਵਿਦਵਾਨ ਨੇ, ਕਲਮ ਬਹੁਤ ਸੋਹਣੀ ਚੱਲਦੀ ਉਹਨਾਂ ਦੀ। ਕਹਿਣ ਲੱਗੇ ਸਤਿਗੁਰੂ ਇਹ ਜ਼ੁਬਾਨ ਤੇ ਨਹੀਂ ਕਹਿ ਸਕੇਗੀ ਵੀ ਉਹਦੇ ਅੰਦਰ ਕਿਤਨੀ ਦੁਸ਼ਟਤਾ ਹੈ। ਹਮ ਇੱਕ ਵਾਰ ਲਿਖੀਏ ਜਿਹਦੇ ਵਿੱਚ ਇਹ ਸਾਰਾ ਕੁਝ ਬਿਆਨ ਕੀਤਾ ਹੈ। ਤਿਮ ਬਣਾਏ ਕਰ ਮਗ ਵਿਖੈ ਆਨੀ ਲਿਖ ਸਾਰੀ। ਕਹਿਣ ਲੱਗੇ ਮਹਾਰਾਜ ਰਸਤੇ ਵਿੱਚ ਮੈਂ ਉਹ ਵਾਰ ਹੀ ਲਿਖਦਾ ਆਇਆ। ਅੱਜ ਵੀ ਤੁਸੀਂ 36ਵੀਂ ਵਾਰ ਪੜ੍ਹ ਕੇ ਦੇਖੋ ਭਾਈ ਗੁਰਦਾਸ ਦੀ, ਉਹਦੇ ਵਿੱਚ ਸਾਰੀ ਮੀਣਿਆਂ ਦੇ ਪ੍ਰਥਾਏ ਵਿਆਖਿਆ ਕੀਤੀ ਵੀ ਮੀਣਾ ਕਿਹਨੂੰ ਕਹਿੰਦੇ ਨੇ। ਕਿਉਂਕਿ ਗੁਰੂ ਰਾਮਦਾਸ ਜੀ ਨੇ ਇੱਕ ਵਾਰ ਇਹਨੂੰ ਮੀਣਾ ਕਿਹਾ ਸੀ ਵੀ ਤੇਰਾ ਸਭ ਮੀਣਾ ਬੰਦਾ ਉਹਨੂੰ ਕਹਿੰਦੇ ਨੇ ਜਿਹੜਾ ਬਾਹਰੋਂ ਤੇ ਬੜੀ ਮਿੱਠੀ ਬੋਲੀ ਬੋਲੇ, ਬੜੇ ਪਿਆਰ ਨਾਲ ਝੁਕ ਕੇ ਪੇਸ਼ ਆਵੇ, ਸ਼ਬਦ ਬੜੇ ਉਹਦੇ ਮਲਾਈਦਾਰ ਹੋਣ, ਪਰ ਅੰਦਰ ਏਡੀ ਦੁਸ਼ਟਤਾ ਏਡੀ ਨੀਚਤਾ ਹੋਵੇ, ਮੌਕਾ ਲੱਗਦਿਆਂ ਹੀ ਉਹ ਪਾਰ ਬੁਲਾ ਦੇਵੇ, ਉਹਨੂੰ ਕਹਿੰਦੇ ਨੇ ਮੀਣਾ। ਬਾਹਰੋਂ ਨਾ ਪ੍ਰਤੱਖ ਹੋਣ ਦੇਵੇ, ਇਉਂ ਲੱਗੇ ਵੀ ਬਸ ਇਸ ਤੋਂ ਵੱਡਾ ਮੇਰਾ ਹਮਦਰਦੀ ਕੋਈ ਨਹੀਂ, ਮੇਰੇ ਹੀ ਪੱਖ ਦੀ ਗੱਲ ਕਰਦਾ ਹੈ। ਪਰ ਉਦੋਂ ਹੀ ਪਤਾ ਲੱਗੇ ਜਦੋਂ ਸਾਰਾ ਕੁਝ ਹੀ ਪਾਸਾ ਪਲਟਾ ਦਿੰਦਾ, ਉਹਨੂੰ ਮੀਣਾ ਕਹਿੰਦੇ ਨੇ।
ਭਾਈ ਗੁਰਦਾਸ ਨੇ ਪੂਰੀ ਵਾਰ ਹੀ ਮੀਣਿਆਂ ਦੀ ਲਿਖੀ ਹੈ। ਸੋ ਸੁਣੀਐ ਸਭ ਜਾਣੀਐ ਮੈਂ ਕਰੂੰ ਉਚਾਰੀ। ਭਾਈ ਗੁਰਦਾਸ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਮੈਂ ਵਾਰ ਲਿਖੀ ਆਪ ਜੀ ਸਰਵਣ ਕਰੋ, ਤੁਹਾਨੂੰ ਆਪੇ ਪਤਾ ਲੱਗ ਜਾਏਗਾ ਵੀ ਪਿਰਥੀਏ ਦਾ ਇਸ ਟਾਈਮ ਕੀ ਹਾਲ ਹੈ। ਸੋਭ ਗੁਣ ਜਿਸ ਮੈਂ ਲੇਸ ਹੈ ਹੰਕਾਰ ਅਫਾਰੀ। ਹਾਂ, ਜਿਹਦੇ ਵਿੱਚ ਲੇਸ਼ ਮਾਤਰ ਵੀ ਕੋਈ ਸ਼ੁਭ ਗੁਣ ਨਹੀਂ ਦਿਖਾਈ ਦਿੰਦਾ, ਪਰ ਹੰਕਾਰ ਦੇ ਨਾਲ ਆਫਰਿਆ ਪਿਆ ਹੈ। ਦੋਹਰਾ ਹੈ 36ਵੀਂ ਵਾਰ ਜੋ ਗਿਰਾ ਕਰੀ ਗੁਰਦਾਸ। ਭਾਈ ਸੰਤੋਖ ਸਿੰਘ ਕਹਿਣ ਲੱਗੇ ਜੋ 36ਵੀਂ ਵਾਰ ਸਿੱਖ ਪੜ੍ਹਦੇ ਨੇ ਉਹ ਭਾਈ ਗੁਰਦਾਸ ਨੇ ਫਿਰ ਉਸ ਸਮੇਂ ਉਚਾਰੀ ਹੈ। ਲਗਿਓ ਸੁਨਾਵਨ ਖੋਟ ਤੇ ਸ੍ਰੀ ਸਤਿਗੁਰ ਕੇ ਪਾਸ। ਜਿੰਨੀ ਉਹਦੇ ਅੰਦਰ ਦੁਸ਼ਟਤਾਈ ਸੀ, ਖੋਟ ਸੀ, ਉਹ ਸਾਰੀ ਵਾਰ ਦੇ ਰਾਹੀਂ ਭਾਈ ਗੁਰਦਾਸ ਸੁਣਾ ਰਹੇ ਹਨ। ਨਿਸ਼ਾਨੀ ਛੰਦ ਕਾਲੇ ਮੁਖ ਮੀਣਾ ਪਇਓ ਬੜ ਦੰਭ ਕਮਾਵੇ। ਕਹਿਣ ਲੱਗੇ ਮਹਾਰਾਜ ਅੰਦਰ ਉਹਦਾ ਕਾਲਖ ਦੇ ਨਾਲ ਭਰਿਆ, ਮੁਖ ਤੋਂ ਮਿੱਠਾ ਬੋਲਦਾ ਹੈ, ਆਈ ਸੰਗਤ ਨੂੰ ਵਰਗਲਾ ਲੈਂਦਾ ਹੈ। ਜਦੋਂ ਕੋਈ ਸੰਗਤ ਭੁੱਲ ਭੁਲੇਖੇ ਆ ਜਾਂਦੀ ਹੈ, ਗੁਰੂ ਪੁੱਤਰ ਸਮਝ ਕੇ ਸਤਿਕਾਰ ਕਰਦੀ ਹੈ, ਉਹਨਾਂ ਨਾਲ ਪਖੰਡ ਕਰਦਾ ਹੈ, ਦੰਭ ਰਚਾਉਂਦਾ ਹੈ, ਇਸ ਤਰ੍ਹਾਂ ਅੰਦਰ ਤੋਂ ਕਾਲਾ ਹੈ ਤੇ ਜ਼ੁਬਾਨ ਤੋਂ ਬੜਾ ਮਿੱਠਾ ਬੋਲਦਾ ਹੈ। ਵੇਖ ਬਾਕ ਸ਼ਬ ਮੋਰ ਕੇ ਜੀਵਨ ਚੁਨ ਖਾਵੇ। ਹਾਂ, ਕਹਿਣ ਲੱਗੇ ਇਸ ਤਰ੍ਹਾਂ ਜਿਵੇਂ ਮੋਰ ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ, ਉਹਦੇ ਖੰਭ ਮਨ ਨੂੰ ਲੁਭਾਏਮਾਨ ਕਰਦੇ ਨੇ, ਪੈਲ ਪਾਉਂਦਾ ਹੈ, ਨੱਚਦਾ ਹੈ, ਲੋਕ ਖਲੋ ਕੇ ਦੇਖਦੇ ਨੇ। ਕਹਿੰਦੇ ਇਸ ਤਰ੍ਹਾਂ ਪਿਰਥੀਆ ਲੋਭ ਦੇ ਅਧੀਨ ਹੋ ਕੇ ਪਹਿਲਾਂ ਪਾਉਂਦਾ ਹੈ ਤੇ ਜਦੋਂ ਮੌਕਾ ਮਿਲਦਾ ਹੈ ਮੋਰ ਖਾਂਦਾ ਕੀ ਇਹ ਕੀੜੇ ਮਕੌੜੇ। ਕਹਿੰਦੇ ਇਸ ਤਰ੍ਹਾਂ ਮੋਰ ਦੀ ਨਿਆਈ ਅੰਦਰ ਲੋਭ ਹੈ, ਅੰਦਰ ਪਖੰਡ ਹੈ ਤੇ ਉੱਤੋਂ ਧਰਮ ਦਾ ਪਹਿਰਾਵਾ ਪਾ ਕੇ ਬੜੀ ਸੋਹਣੀ ਵਿਚਾਰ ਸੁਣਾਉਂਦਾ ਹੈ। ਗਿਆਨਹੀਨ ਗੁਰ ਬਨਤ ਹੈ ਕੋ ਨਮੋ ਨਾ ਠਾਨੇ। ਅੰਦਰ ਕੋ ਗਿਆਨ ਨਹੀਂ, ਅੰਦਰ ਕੋ ਹਾਲਾਤ ਨਹੀਂ ਵੀ ਅੰਦਰ ਖੋਲੇ ਦਿਵ ਦ੍ਰਿਸ਼ਟ ਦੇਖੈ ਮੁਕਤ ਭੰਡਾਰਾ, ਦੇਖਦਾ ਕੁਝ ਨਹੀਂ, ਕੋਈ ਦਿਵ ਦ੍ਰਿਸ਼ਟੀ ਨਹੀਂ, ਪਰ ਬਹਿਰੂਨੀ ਤੌਰ ਤੇ ਬੜਾ ਪਖੰਡ ਬਣਾਈ ਬੈਠਾ ਹੈ, ਜਿਸ ਕਰਕੇ ਕਲਾ ਨਾ ਹੋਣ ਕਰਕੇ ਸੰਗਤ ਉਹਨੂੰ ਨਮਸਕਾਰ ਨਹੀਂ ਕਰਦੀ। ਖੋਟੀ ਸੰਗਤ ਮੀਣੀਆ ਗੁਰਨਿੰਦ ਬਖਾਨੈ। ਹਾਂ, ਕੁਝ ਕੁ ਖੋਟੀ ਸੰਗਤ ਹੈ ਉਹਦੇ ਕੋਲ, ਉਹਦੇ ਚੇਲੇ ਚਾਪਟੇ ਜਿਹੜੇ ਰਾਤ ਦਿਨ ਪਿਰਥੀਏ ਦੇ ਨਾਲ ਬੈਠ ਕੇ ਸਤਿਗੁਰੂ ਤੁਹਾਡੀ ਨਿੰਦਿਆ ਪੈ ਕਰਦੇ ਹਨ। ਦੁਰਮਤ ਜੀਵਤ ਕਰਤ ਹੈ ਜਬ ਗਹਿ ਕਰ ਜਾਮੇ ਮਾਰੇ। ਕਹਿਣ ਲੱਗੇ ਬੜੀ ਮਾੜੀ ਮੱਤ ਹੈ, ਪਾਪਾਂ ਦੇ ਭਾਗੀ ਬਣਦੇ ਨੇ, ਅਜੇ ਇਹਨਾਂ ਨੂੰ ਸਵਾਦ ਲੱਗਦਾ ਹੈ, ਜ਼ਹਿਰ ਸਵਾਦ ਲੱਗਦੀ ਹੈ, ਖਾਣ ਤੋਂ ਬਾਅਦ ਪਤਾ ਲੱਗਦਾ ਹੈ ਵੀ ਇਹਦਾ ਅਸਰ ਕੀ ਹੋਏਗਾ। ਜਿਸ ਵੇਲੇ ਕਹਿੰਦੇ ਜੰਮ ਪਕੜ ਕੇ ਲੈ ਜਾਣਗੇ ਫਿਰ ਸਮਝ ਲੱਗੇਗੀ ਕਿ ਅਵਖਦ ਸਭੇ ਕੀਤਿਅਨ ਨਿੰਦਕ ਕਾ ਦਾਰੂ ਨਾਹੇ। ਇਹ ਬਾਣੀ ਦਾ ਜੁਗੋ ਜੁਗ ਅਟਲ ਫੈਸਲਾ ਹੈ। ਇਸ ਤੋਂ ਜਿੰਨਾ ਬਚਿਆ ਜਾਵੇ, ਜਿੰਨਾ ਪਾਸੇ ਰਿਹਾ ਜਾਵੇ, ਬੜੇ ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਜਿੱਥੇ ਬਾਣੀ ਨੇ ਹਰ ਇੱਕ ਦਾ ਇਲਾਜ ਦੱਸਿਆ ਹੈ ਕਿ ਸਰਬ ਰੋਗ ਕਾ ਔਖਦ ਨਾਮ, ਉੱਥੇ ਮਹਾਰਾਜ ਨੇ ਵਿਸ਼ੇਸ਼ ਤੌਰ ਤੇ ਕਿਹਾ ਅਵਖਦ ਸਭੇ ਕੀਤਿਅਨ, ਹਰ ਇੱਕ ਚੀਜ਼ ਦੀ ਦਵਾ ਹੈ, ਨਿੰਦਕ ਕਾ ਦਾਰੂ ਨਾਹੇ। ਜਿਹੜਾ ਨਿੰਦਾ ਦੇ ਸਵਾਦ ਵਿੱਚ ਪੈ ਗਿਆ ਸ਼ਾਇਦ ਉਹਨੂੰ ਬਾਣੀ ਵੀ ਛੇਤੀ ਨਾ ਸੁਧਾਰ ਸਕੇ। ਕੱਲ ਬੇਨਤੀ ਕੀਤੀ ਸੀ ਮਨਮੁਖ ਆਪਣਾ ਸੁਭਾਅ ਨਹੀਂ ਛੱਡਦਾ। ਪੰਡਤ ਸੰਗ ਵਸੇ ਜਨ ਮੂਰਖ ਆਗਮ ਸਾਸ ਸੁਣੇ, ਆਪਣਾ ਆਪ ਤੋਂ ਕਬੂ ਨਾ ਛੋੜਿਸ ਸਵਾਨ ਪੂਛ ਜਿਉ ਰਹਿ। ਨਹੀਂ ਉਹਦੀ ਪੂਛ ਦਾ ਵਾਲ ਨਿਕਲ ਸਕਦਾ। ਜਿੰਨਾ ਚਿਰ ਮਰਜੀ ਸਿੱਧੀ ਕਰ ਛੱਡੋ, ਜਦੋਂ ਖੋਲੋਗੇ ਫਿਰ ਵਿੰਗੀ ਦੀ ਵਿੰਗੀ। ਗੁਰੂ ਨਾਨਕ ਨੂੰ ਕਹਿਣਾ ਪਿਆ, ਸਤਿਗੁਰਾਂ ਨੇ ਕਿਹਾ ਇਹਨਾਂ ਦੇ ਸੁਭਾਅ ਇਸ ਤਰ੍ਹਾਂ ਪੱਕ ਚੁੱਕੇ ਨੇ, ਇਹ ਨਹੀਂ ਸੁਧਰਨਗੇ, ਇਹਨਾਂ ਦੇ ਅੰਦਰ ਬੋਲ ਬਾਣੀ ਦੇ ਨਹੀਂ ਜਾਣਗੇ। ਕੂੜ ਕੁਪੱਤਾ ਹੋਏਗੋ ਦੁੱਖ ਸਹਿ ਕਰਾਰੇ। ਹਾਂ, ਦੁੱਖ ਸਹੇਗਾ ਜਮਾਂ ਦੇ ਦੁਆਰੇ ਤੇ ਜਾ ਕੇ, ਕਿਉਂਕਿ ਕੂੜ ਬੋਲਦਾ ਹੈ ਤੇ ਕੁਪੱਤ ਕਰਦਾ ਹੈ, ਝਗੜੇ ਦੇ ਵਿੱਚ ਉਹਨੂੰ ਸਵਾਦ ਆਉਂਦਾ ਹੈ। ਇਤਿਆਦਿਕ ਜਿਸ ਮਹਿ ਕਯੋ ਸਭ ਵਾਰ ਸੁਨਾਈ। ਕਹਿਣ ਲੱਗੇ ਇਤਿਆਦਿਕ ਜਿਹਦੇ ਵਿੱਚ ਸਾਰੇ ਦੋਸ਼ ਨਿਰੂਪਣ ਕੀਤੇ ਸਨ, ਉਸ ਵਾਰ ਦੇ ਵਿੱਚ ਦੱਸਿਆ ਗਿਆ ਸੀ, ਉਹ ਸਾਰੀ ਵਾਰ ਭਾਈ ਗੁਰਦਾਸ ਨੇ ਗੁਰੂ ਅਰਜਨ ਸਾਹਿਬ ਨੂੰ ਸੁਣਾ ਦਿੱਤੀ। ਨਹਿ ਮਾਨੈ ਸ੍ਰੀ ਗੁਰੂ ਜੀ ਦੁਸ਼ਟ ਵਡਾਈ। ਮਹਾਰਾਜ ਵਜਾ ਦੁਸ਼ਟ ਹੈ, ਤੁਹਾਡੇ ਬਚਨਾਂ ਨੂੰ ਨਹੀਂ ਮੰਨਦਾ। ਮੈਂ ਬੜਾ ਸਮਝਾਇਆ ਪਰ ਮੇਰੀ ਗੱਲ ਨੂੰ ਨਹੀਂ ਮੰਨਿਆ। ਸਿਕਤਾ ਮੈਂ ਤੇ ਯਤਨ ਕਰ ਤੋਲ ਜੋ ਨਿਸਕਾਵੇ। ਕਹਿ ਲੱਗੇ ਸਤਿਗੁਰੂ ਨੂੰ ਸਮਝਾਉਣਾ ਤੇ ਇਉਂ ਲੱਗਦਾ ਜਿਵੇਂ ਕੋਈ ਅਣਜਾਣ ਆਦਮੀ ਰੇਤ ਵਿੱਚੋਂ ਤੇਲ ਕੱਢਣਾ ਚਾਹੇ।
ਭਾਵੇਂ ਉਹਨੂੰ ਜਿੰਨੀ ਮਰਜ਼ੀ ਕੋਲੂ ਦੇ ਵਿੱਚੋਂ ਦੀ ਲੰਘਾਵੇ ਪਰ ਕਦੀ ਰੇਤ ਵਿੱਚੋਂ ਤੇਲ ਨਹੀਂ ਨਿਕਲਦਾ। ਇਸੇ ਤਰ੍ਹਾਂ ਬਾਣੀ ਦੇ ਸ਼ਬਦਾਂ ਦਾ ਅਸਰ, ਮੇਰੀਆਂ ਦਲੀਲਾਂ ਦਾ ਪਿਰਥੀਏ ਦੇ ਮਨ ਤੇ ਭੋਰਾ ਵੀ ਅਸਰ ਨਹੀਂ ਹੈ। ਕਮਠ ਪੀਠ ਪਰ ਭਾਂਤ ਕੇ ਸਭੋ ਬਾਰ ਜਮਾਵੇ। ਉਹਨੂੰ ਸਮਝਾਉਣਾ ਤੇ ਇਸ ਤਰ੍ਹਾਂ ਜਿਵੇਂ ਕੋਈ ਮਨੁੱਖ ਕਛੂ ਕਿਵੇਂ ਦੀ ਪਿੱਠ ਦੇ ਉੱਤੇ ਵਾਲ ਉਗਾਉਣ ਦਾ ਯਤਨ ਕਰੇ। ਉਹਦੀ ਪੱਥਰ ਵਰਗੀ ਉੱਪਰ ਜਿਹੜੀ ਪਰਤ ਬਣੀ ਹੁੰਦੀ ਉਹਦੀ ਰੱਖਿਆ ਵਾਸਤੇ ਉਹਦੇ ਉੱਤੇ ਕੋਈ ਵਾਲ ਨਹੀਂ ਉੱਗ ਸਕਦਾ। ਇਸੇ ਤਰ੍ਹਾਂ ਬਾਬੇ ਪਿਰਥੀਏ ਨੂੰ ਹੁਣ ਕੋਈ ਸਮਝਾ ਨਹੀਂ ਸਕਦਾ। ਸਿਰ ਪਰ ਰਾਸ਼ਬ ਸੱਸੇ ਕੇ ਉਗਵਾਏ ਬਖਾਨਾ। ਮਹਾਰਾਜ ਜਿਵੇਂ ਕੋਈ ਅਣਜਾਣ ਆਦਮੀ ਇਹ ਕਵੇ ਵੀ ਮੈਂ ਸਹਿ ਦੇ ਸਿਰ ਵਿੱਚ ਸਿੰਘ ਦੇਖੇ ਨੇ ਲੱਗੇ, ਸਾਰਿਆਂ ਨੂੰ ਪਤਾ ਸਹਿ ਦੇ ਕਦੀ ਸਿੰਘ ਨਹੀਂ ਉੱਗਦੇ। ਇਸੇ ਤਰ੍ਹਾਂ ਜਿਵੇਂ ਉਹਦੇ ਉੱਤੇ ਕੋਈ ਪ੍ਰਤੀਤ ਨਹੀਂ ਕਰ ਸਕਦਾ, ਪਿਰਥੀਏ ਦੀ ਕਿਸੇ ਵੀ ਗੱਲ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਤੋ ਦੁਸ਼ਟਨ ਕੇ ਹਿਰਦੇ ਮੈਂ ਗੁਣ ਕਹਿ ਸਮਾਨ ਮਹਾਨਾ। ਮਹਾਰਾਜ ਜੋ ਦੁਸ਼ਟ ਹੈ ਉਹਦਾ ਹਿਰਦਾ ਦਾਗੀ ਹੋ ਚੁੱਕਾ। ਤੁਹਾਡੇ ਮਹਾਨ ਏਡੇ ਉੱਚੇ ਬੋਲ ਉਸ ਗੰਦੇ ਭਾਂਡੇ ਵਿੱਚ ਕਿਵੇਂ ਟਿਕ ਜਾਣ? ਕੀਮਤੀ ਚੀਜ਼ ਨੂੰ ਸਾਂਭਣ ਵਾਸਤੇ ਭਾਂਡਾ ਵੀ ਕੀਮਤੀ ਚਾਹੀਦਾ ਹੈ। ਜੇ ਸਰਪਨ ਮਨ ਮ੍ਰਿਦੁਲਤਾ ਕਿਉਂ ਹੂੰ ਹੋਏ ਜਾਈ। ਮਹਾਰਾਜ ਜੇ ਕੋਈ ਸੱਪ ਨੂੰ ਦੁੱਧ ਪਿਆ ਕੇ ਸਮਝੇ ਵੀ ਹੁਣ ਸ਼ਾਇਦ ਇਹ ਜ਼ਹਿਰ ਨਹੀਂ ਉਗਲੇਗਾ, ਡੰਗ ਨਹੀਂ ਮਾਰੇਗਾ, ਜਿਵੇਂ ਸੱਪ ਆਪਣਾ ਸੁਭਾਅ ਨਹੀਂ ਛੱਡ ਸਕਦਾ, ਬਾਬਾ ਪਿਰਥੀਆ ਵੀ ਆਪਣਾ ਸੁਭਾਅ ਨਹੀਂ ਬਦਲ ਰਿਹਾ। ਤੋ ਦੁਸ਼ਟਨ ਕੇ ਸਰਲਤਾ ਉਰ ਮੈਂ ਉਪਜਾਈ। ਇਸੇ ਤਰ੍ਹਾਂ ਉਹਦਾ ਸੁਭਾਅ ਦੁਸ਼ਟਤਾ ਦੇ ਨਾਲ ਭਰ ਲੈ ਗਿਆ। ਉਹ ਸਰਲ ਹੋ ਸਕੇ, ਨਿਮਰ ਹੋ ਸਕੇ, ਐਸੀ ਕਦਾਚਿਤ ਵੀ ਕੋਈ ਸੰਭਾਵਨਾ ਬਾਕੀ ਨਹੀਂ ਹੈ। ਆਵਹਿ ਬ੍ਰਹਮਾ ਆਪ ਭੀ ਕੁਟਲੰਗ ਸਮਝਾਵੈ। ਉਸ ਸਮੇਂ ਬ੍ਰਹਮਾ ਦੀ ਬੜੀ ਮਹਾਨਤਾ ਹੈ। ਸਭ ਤੋਂ ਸ਼੍ਰੇਸ਼ਟ ਵਿਅਕਤੀ ਦਾ ਨਾਮ ਲੈ ਕੇ ਕਹਿੰਦੇ ਨੇ ਕਿ ਜੋ ਆਪ ਵੀ ਐਡਾ ਵੱਡਾ ਗਿਆਨੀ, 4 ਵੇਦਾਂ ਦੀ ਰਚਨਾ ਕਰਨ ਵਾਲਾ, ਦਲੀਲਾਂ ਦੇ ਕੇ ਸਮਝਾਉਣ ਦਾ ਯਤਨ ਕਰੇ, ਉਹ ਫਿਰ ਵੀ ਆਪਣਾ ਸੁਭਾਅ ਨਹੀਂ ਛੱਡੇਗਾ। ਤਉ ਨ ਤਜ ਹੈ ਮੂੜਤਾ ਨਹਿ ਮਨ ਗੁਣ ਲਿਆਵੈ। ਨਾ ਉਹਨਾਂ ਤੁਹਾਡੇ ਮਨ ਦੇ ਵਿੱਚ ਕੋਈ ਤੁਹਾਡਾ ਗੁਣ ਧਾਰਨ ਕਰਨਾ ਹੈ, ਨਾ ਹੀ ਉਹ ਤੁਹਾਡਾ ਕੋਈ ਬਚਨ ਮੰਨਣ ਲਈ ਤਿਆਰ ਹਨ। ਮਹਿ ਬਹੁ ਬਾਰੀ ਕਿਨੈ ਕਰ ਬੰਦੇ ਜੁਗ ਪਾਨਾ। ਮਹਾਰਾਜ ਮੈਂ ਤਾਂ ਬੜੀ ਵਾਰੀ ਹੱਥ ਜੋੜ ਕੇ ਨਮਰ ਹੋ ਕੇ ਸਮਝਾਉਣ ਦਾ ਯਤਨ ਕੀਤਾ ਹੈ, ਪਰ ਉਹਨੇ ਮੇਰੀ ਇੱਕ ਵੀ ਗੱਲ ਤੇ ਨਿਸ਼ਚਾ ਨਹੀਂ ਲਿਆਂਦਾ। ਕਰੋ ਮੇਲ ਤਜ ਬੈਰ ਕੋ ਇੱਕ ਕਿਆ ਮਨ ਮਾਨਾ। ਭਾਈ ਸਾਹਿਬ ਕਹਿਣ ਲੱਗੇ ਸਤਿਗੁਰੂ ਮੈਂ ਉਹਨੂੰ ਕਿਹਾ ਸੀ ਇਹ ਵੈਰ ਵਿਰੋਧ ਛੱਡ ਦੇ, ਜੋ ਪਿਛੇ ਬੀਤ ਚੁੱਕਿਆ ਉਹਨੂੰ ਭੁਲਾ ਦੇ, ਆ ਕੇ ਮੇਲ ਮਿਲਾਪ ਕਰ ਲੈ। ਉਲਟੋ ਗਾਰ ਨਿਕਾਰ ਤੋ ਬੋ ਕਹਿਸ ਕਠੋਰਾ। ਪਰ ਸਤਿਗੁਰੂ ਨੇ ਤਾਂ ਉਲਟਾ ਮੈਨੂੰ ਹੀ ਕਬੂਲ ਬਚਨ ਕਹੇ ਨੇ, ਅਪ ਸ਼ਬਦ ਕਹੇ ਨੇ। ਜਿੱਥੇ ਮੈਨੂੰ ਤਾੜਨਾ ਕੀਤੀ ਉੱਥੇ ਤੁਹਾਡੀ ਸ਼ਾਨ ਦੇ ਬਰਖਲਾਫ ਬੋਲਿਆ ਹੈ। ਆਤ ਅਜੋਗ ਬੋਲਤ ਭਇਓ ਤਪ ਤਿਉ ਨੈ ਥੋਰਾ। ਕਹਿੰਦੇ ਥੋੜਾ ਨਹੀਂ ਬੜਾ ਜ਼ਿਆਦਾ ਤਪਿਆ ਬੈਠਾ ਹੈ। ਕੋਈ ਤੁਹਾਡਾ ਨਾਮ ਲੈ ਦੇ ਉਹਦੇ ਸਾਹਮਣੇ, ਤੁਹਾਡੀ ਥੋੜੀ ਜੀ ਉਪਮਾ ਕਰ ਦੇ, ਨਾਲ ਹੀ ਕਬੂਲ ਬੋਲਣ ਲੱਗ ਜਾਂਦਾ ਹੈ। ਸ਼ਾਮ ਦਾਮ ਕੀ ਰੀਤ ਸਭ ਕਹਿ ਬਹੁਤ ਸੁਨਾਈ। ਬੜੇ ਯਤਨ ਕੀਤੇ ਮੈਂ ਸ਼ਾਮ ਦਾਮ ਦੋਵੇਂ ਢੰਗ ਵਰਤ ਕੇ ਦੇਖ ਲੈ, ਪਰ ਮੇਰੀ ਇੱਕ ਵੀ ਗੱਲ ਨਹੀਂ ਮੰਨੀ। ਏਕ ਨਾ ਮਾਨੀ ਭਲੀ ਕਰ ਠਾਨੀ ਕੁਲਟਾਈ। ਐਸੀ ਅੰਦਰ ਦੁਸ਼ਟਤਾ ਪੈਦਾ ਕਰ ਲਈਏ, ਇਹਨਾਂ ਵਿਚਾਰਾਂ ਤੋਂ ਗਿਰ ਗਏ, ਇੱਕ ਵੀ ਬਚਨ ਮੰਨਣ ਵਾਸਤੇ ਤਿਆਰ ਨਹੀਂ। ਇੱਕ ਸਮ ਸਮਦਾ ਸੁਭ ਕਰੈ ਮਿਦਲਤਾ ਬੋ ਭਾਂਤੀ। ਕਹਿਣ ਲੱਗੇ ਇਸ ਤਰ੍ਹਾਂ ਮਾਨੋ ਜਿਵੇਂ ਕੋਈ ਜੱਟ ਜ਼ਿਮੀਂਦਾਰ ਆਪਣੀ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਕੇ ਢੇਮਾਂ ਨੂੰ ਫੇਹ ਦੇਵੇ ਤੇ ਬੜੇ ਸੋਹਣੇ ਢੰਗ ਦੇ ਨਾਲ ਸੁਹਾਗਾ ਮਾਰ ਕੇ ਜ਼ਮੀਨ ਪਤਲੀ ਪੱਧਰੀ ਕਰ ਦਵੇ। ਬੱਕਰ ਚਲੈ ਪਨੰਗ ਤਾਂ ਇਮ ਕੁਟਲਨ ਬਾਤੀ। ਪਰ ਹੁਣ ਜੇ ਉਸ ਜ਼ਮੀਨ ਦੇ ਵਿੱਚੋਂ ਕਿਸੇ ਸੱਪ ਨੂੰ ਗੁਜ਼ਰਨਾ ਪੈ ਜੇ ਤੇ ਤੁਸੀਂ ਇਹ ਸਮਝੋ ਵੀ ਜ਼ਮੀਨ ਬੜੀ ਪੱਧਰੀ ਹੈ ਤੇ ਬੜੀ ਬਰੀਕ ਕੀਤੀ ਹੈ, ਕੋਈ ਰੋੜ ਨਹੀਂ ਚੁੱਭਦਾ, ਤੇ ਸ਼ਾਇਦ ਸੱਪ ਇਹਦੇ ਵਿੱਚ ਹੁਣ ਸਿੱਧਾ ਚੱਲ ਕੇ ਜਾਵੇ। ਇਸ ਤਰ੍ਹਾਂ ਨਹੀਂ ਕਦੀ ਹੁੰਦਾ। ਸੱਪ ਦਾ ਸੁਭਾਅ ਹੈ ਜ਼ਮੀਨ ਭਾਵੇਂ ਪੱਧਰੀ ਹੈ ਭਾਵੇਂ ਉੱਚੀ ਨੀਵੀਂ, ਉਹਨੇ ਵਿੰਗ ਪਾ ਕੇ ਚੱਲਣਾ ਹੈ। ਇਸ ਤਰ੍ਹਾਂ ਬਾਬੇ ਪਿਰਥੀਏ ਦੇ ਸਾਹਮਣੇ ਤੁਸੀਂ ਜਿੰਨੀਆਂ ਮਰਜ਼ੀ ਰਜੋਈਆਂ ਕਰ ਲਓ, ਉਹਨੂੰ ਸਮਝਾਉਣ ਦਾ ਯਤਨ ਕਰੋ, ਸੱਪ ਦੀ ਤਰ੍ਹਾਂ ਕੋ ਹਰ ਗੱਲ ਦੇ ਅਰਥ ਗਲਤ ਹੀ ਕੱਢਦਾ ਹੈ। ਸੁਨੋ ਗੁਰੂ ਜੀ ਵਾਰ ਇਹ ਲਿਖਤਾਂ ਪਿਠਾਈ। ਮਹਾਰਾਜ ਸੱਚੇ ਪਾਤਸ਼ਾਹ ਫਿਰ ਮੇਰੇ ਕੋਲੋਂ ਤਾਂ ਰਿਹਾ ਨਹੀਂ ਗਿਆ। ਇਹ ਜਿਹੜੀ ਵਾਰ ਮੈਂ ਤੁਹਾਨੂੰ ਸੁਣਾਈ ਹੈ ਨਾ, ਇਹਦਾ ਇੱਕ ਉਤਾਰਾ ਕਰਕੇ ਮੈਂ ਪਿਰਥੀਏ ਦੇ ਕੋਲ ਵੀ ਭੇਜ ਦਿੱਤਾ ਹੈ। ਨਿਜ ਔਗਣ ਨੈ ਪਰਖ ਹੈ ਮੋਏ ਬੁਰਾ ਅਲਾਈ। ਮਹਾਰਾਜ ਸੱਚਾਈ ਇਹ ਹੁਣ ਜਦੋਂ ਵਾਰ ਨੂੰ ਪੜ੍ਹੇਗਾ ਨਾ ਬੜਾ ਸ਼ਰਮਿੰਦਾ ਹੋਵੇਗਾ,
ਕਿਉਂਕਿ ਮੈਂ ਸਾਰੇ ਹੀ ਔਗਣੇ ਸਵਾਰ ਦੇ ਵਿੱਚ ਲਿਖ ਦਿੱਤੇ ਨੇ ਤੇ ਮੈਨੂੰ ਉਹਨੇ ਬੁਰਾ ਭਲਾ ਵੀ ਬੜਾ ਆਖਣਾ ਹੈ। ਪਟਕੈ ਜਾਣੈ ਗੋ ਭਲੇ ਜੇ ਦੋਸ਼ ਉਚਾਰੈ। ਮਹਾਰਾਜ ਸੱਚੇ ਪਾਤਸ਼ਾਹ ਜੇ ਪੜ ਕੇ ਆਪਣੇ ਦੋਸ਼ਾਂ ਨੂੰ ਵਿਚਾਰ ਲੈ, ਪਰ ਉਹਨੇ ਵਿਚਾਰਨਾ ਕੋਈ ਨਹੀਂ, ਸਗੋਂ ਉਲਟਾ ਮੇਰੇ ਪ੍ਰਤੀ ਹੀ ਅਪਸ਼ਬਦ ਕਹੇਗਾ। ਇਹੀ ਭੇਟ ਤੈ ਜੋਗ ਥੀ ਮੈਂ ਪਠੀ ਵਿਚਾਰੇ। ਭਾਈ ਸਾਹਿਬ ਕਹਿਣ ਲੱਗੇ ਮਹਾਰਾਜ ਮੈਂ ਤਾਂ ਵਿਚਾਰ ਕਰਕੇ ਦੇਖ ਲਿਆ, ਪਿਰਥੀਆ ਇਸੇ ਦੇ ਜੋਗ ਸੀ। ਮੈਂ ਜੋ ਲਿਖ ਕੇ ਭੇਜ ਦਿੱਤਾ ਉਹ ਇਹੀ ਮੇਰੇ ਕੋਲੋਂ ਲੋਚਦਾ ਸੀ, ਮੈਂ ਚੰਗੀ ਤਰ੍ਹਾਂ ਝਾੜ ਪਾ ਦਿੱਤੀ ਹੈ। ਸੁਨ ਸ੍ਰੀ ਗੁਰੂ ਅਰਜਨ ਕਹਿਓ ਕੁਟਲ ਜੋ ਮਤ ਨੀਚਾ। ਸੁਣ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹੜਾ ਮਨੁੱਖ ਇਸ ਤਰ੍ਹਾਂ ਦੇ ਸੁਭਾਅ ਦੇ ਨਾਲ ਦੁਸ਼ਟਤਾਈ ਦੇ ਨਾਲ ਭਰਿਆ ਪਿਆ ਹੈ, ਅਗਰ ਤਿਨੋਂ ਕੇ ਨਿਮਨ ਜੋ ਹੋਏ ਦੋਸਨ ਸੀਚਾ। ਕਹਿਣ ਲੱਗੇ ਐਸੇ ਮਨੁੱਖਾਂ ਦੇ ਸਾਹਮਣੇ ਜੇ ਕੋਈ ਨਿਮਰਵਾਨ ਵੀ ਹੋ ਜਾਏਗਾ, ਸਮਝ ਲੈਣਾ ਕਿ ਉਹ ਦੋਸ਼ਾਂ ਨੂੰ ਬੀਜ ਰਿਹਾ ਹੈ, ਉਹ ਵੀ ਮਾੜੇ ਕਰਮਾਂ ਨੂੰ ਬੀਜ ਰਿਹਾ ਹੈ, ਕਿਉਂਕਿ ਹੁਣ ਉਹ ਸਮਝੇਗਾ ਨਹੀਂ, ਉਹਦਾ ਸੁਭਾਅ ਕਠੋਰ ਹੋ ਚੁੱਕਾ ਹੈ। ਗੁਰੂ ਨਾਨਕ ਨੂੰ ਕਹਿਣਾ ਪੈਸੇ ਮਨੁੱਖਾਂ ਵੱਲ ਦੇ ਕੇ ਮੂਰਖ ਗੰਢ ਪਵੇ ਮੋਹਿ ਮਾਰ। ਜਿਹੜਾ ਇਸ ਤਰ੍ਹਾਂ ਦਾ ਸੁਭਾਅ ਧਾਰਨ ਕਰ ਲਵੇ, ਜ਼ਰੂਰੀ ਨਹੀਂ, ਬੁੱਧ ਧਰਮ ਨੇ ਤਾਂ ਇਹ ਸਿਖਾਇਆ ਸੀ ਕਿ ਜੇ ਕੋਈ ਮੂੰਹ ਦੇ ਇੱਕ ਪਾਸੇ ਚਪੇੜ ਮਾਰ ਦੇਵੇ ਤਾਂ ਦੂਸਰੀ ਗੱਲ ਉਹਦੇ ਅੱਗੇ ਕਰ ਦਿਓ, ਪਰ ਗੁਰੂ ਗੋਬਿੰਦ ਸਿੰਘ ਨੇ ਐਸਾ ਹੁਕਮ ਨਹੀਂ ਕੀਤਾ ਖਾਲਸੇ ਨੂੰ। ਠੀਕ ਹੈ, ਸ਼ਬਦਾਂ ਦੇ ਨਾਲ ਇੱਕ ਵਾਰੀ ਨਿਮਰ ਹੋ ਕੇ ਸਮਝਾਉਣ ਦਾ ਯਤਨ ਕਰਨਾ ਹੈ, ਸ਼ਾਮ ਦਾਮ ਡੰਡ ਭੇਦ ਵਰਤ ਕੇ ਦੇਖ ਲੈਣਾ ਹੈ, ਪਰ ਜੇ ਫਿਰ ਵੀ ਮੂਰਖ ਸਮਝਣ ਦਾ ਯਤਨ ਨਾ ਕਰੇ ਤੇ ਤਤੀਆਂ ਤਵੀਆਂ ਤੇ ਬਿਠਾ ਕੇ ਵੀ ਜਿਹਦਾ ਹਿਰਦਾ ਨਾ ਪਿਘਲੇ, ਉਸ ਤੋਂ ਬਾਅਦ ਹਥਿਆਰ ਚੁੱਕਣਾ ਸਭ ਤੋਂ ਸ਼੍ਰੇਸ਼ਟ ਕਰਮ ਹੈ। ਸਿੱਖ ਦਾ ਅਧਿਕਾਰ ਹੈ। ਪਹਿਲਾਂ ਦੇਖਿਆ ਨਿਮਰਤਾ ਦੀ ਹੱਦ ਵਿੱਚ ਜਾ ਕੇ ਆਪਣੇ ਆਪ ਨੂੰ ਤਤੀਆਂ ਤਵੀਆਂ ਤੇ ਸੜਾ ਕੇ ਦੇਗ ਵਿੱਚ ਉਬਾਲੇ ਖਾ ਕੇ ਦੇਖ ਲਿਆ, ਪਰ ਜਦੋਂ ਦੁਸ਼ਟ ਨਿਮਰ ਨਹੀਂ ਹੋਇਆ ਫਿਰ ਬੰਦੇ ਬਹਾਦਰ ਦੇ ਰੂਪ ਵਿੱਚ ਸ਼ਸਤਰ ਵੀ ਚੁੱਕੇ ਤੇ ਖਾਲਸਾ ਰਾਜ ਵੀ ਕਾਇਮ ਕੀਤਾ। ਪ੍ਰੋਫੈਸਰ ਪੂਰਨ ਸਿੰਘ ਨੇ ਬੜੇ ਪਿਆਰੇ ਸ਼ਬਦ ਕਹੇ ਸਨ। ਉਹ ਕਹਿਣ ਲੱਗੇ ਜਿਹੜਾ ਸੂਰਮਾ ਹੈ, ਜਿਹੜਾ ਸਿੱਖ ਹੈ ਗੁਰੂ ਗੋਬਿੰਦ ਸਿੰਘ ਦਾ, ਉਹ ਘਿਓ ਵਾਲੇ ਪੀਪੇ ਦੀ ਟੀਨ ਦਾ ਨਹੀਂ ਬਣਿਆ ਹੁੰਦਾ ਵੀ ਮਾੜਾ ਜਿਹਾ ਠੰਡੀ ਹਵਾ ਦਾ ਝੋਕਾ ਲੱਗਾ ਤੇ ਅੰਦਰਲਾ ਘਿਓ ਜੰਮ ਪਿਆ, ਮਾੜੀ ਜੀ ਤਪਸ਼ ਪਈ ਤੇ ਅੰਦਰ ਦਾ ਘਿਓ ਵਹਿ ਤੁਰਿਆ। ਬਿਲਕੁਲ ਨਹੀਂ। ਬਾਬੇ ਬੰਦੇ ਬਹਾਦਰ ਵਰਗਾ ਬਹਾਦਰ ਪੈਦਾ ਕਰਨ ਵਾਸਤੇ ਪਹਿਲਾਂ ਤਤੀਆਂ ਤਵੀਆਂ ਤੇ ਬਹਿਣਾ ਪੈਂਦਾ ਹੈ, ਚਾਂਦਨੀ ਚੌਂਕ ਵਿੱਚ ਸੀਸ ਕਟਾਉਣਾ ਪੈਂਦਾ ਹੈ, ਸਰਹੰਦ ਦੀਆਂ ਨੀਹਾਂ ਵਿੱਚ ਖੜਨਾ ਪੈਂਦਾ ਹੈ। ਐਸਾ ਬੰਦਾ ਜਦੋਂ ਆਪਣੇ ਤਾਣ ਦੇ ਵਿੱਚ ਆਉਂਦਾ ਫਿਰ ਖਾਲਸਾ ਰਾਜ ਤੋਂ ਪਿੱਛੇ ਖੜਦਾ ਨਹੀਂ, ਫਿਰ ਬਣਦਾ ਹੈ ਖਾਲਸਾ ਰਾਜ। ਸਿੱਖ ਨੂੰ ਬੜਾ ਧੀਰਜ ਦਿੱਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ, ਪਰ ਜਦੋਂ ਦੁਸ਼ਟ ਇਸ ਗੱਲ ਨੂੰ ਸਮਝਣ ਵਾਸਤੇ ਸਿੱਖ ਦੀ ਨਿਮਰਤਾ ਨੂੰ ਕਾਇਰਤਾ ਵਿੱਚ ਤਬਦੀਲ ਕਰਨਾ ਚਾਹੇ, ਫਿਰ ਸਤਿਗੁਰੂ ਕਹਿੰਦੇ ਜੇ ਹੁਣ ਤੂੰ ਹਥਿਆਰ ਚੁੱਕੇਗਾ ਤੇ ਮੇਰੀ ਖੁਸ਼ੀ ਦਾ ਪਾਤਰ ਬਣੇਗਾ। ਅਬ ਲਿਓ ਪਤਿਆਈ ਭਲੀ ਪਾਤ ਨ ਹੋਏ ਦੇਵਤ ਬੁਰਾਈ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਭਾਈ ਗੁਰਦਾਸ, ਅਬ ਲੇਹੋ ਪਤਿਆਈ ਭਲੀ ਬਾਤ ਨਹਿ ਦੇਵਤ ਬੁਰਿਆਈ। ਪਤਿਆ ਕੇ ਦੇਖ ਲਿਆ, ਪਰ ਉਹ ਇਹਨਾਂ ਗੱਲਾਂ ਨੂੰ ਸਮਝਣ ਵਾਸਤੇ ਤਿਆਰ ਨਹੀਂ ਹੈ। ਨਿਜ ਪਿਤ ਕੋ ਸੁਤ ਜਾਣ ਕੈ ਕਰ ਹੇਤ ਹਕਾਰਾ। ਨਿਜ ਪਿਤ ਕੋ ਸੁਤ ਜਾਣ ਕੈ ਕਰ ਹੇਤ ਹਕਾਰਾ। ਆਪਣੇ ਗੁਰੂ ਰਾਮਦਾਸ ਮਹਾਰਾਜ ਦਾ ਸੁਪੁੱਤਰ ਜਾਣ ਕੇ ਗੁਰੂ ਅਰਜਨ ਸਾਹਿਬ ਨੇ ਤਾਂ ਸੁਨੇਹਾ ਭੇਜਿਆ ਸੀ ਬਾਬੇ ਪਿਰਥੀ ਚੰਦ ਨੂੰ ਵੀ ਮੇਰੇ ਹੀ ਗੁਰੂ ਪਿਤਾ ਦਾ ਵੱਡਾ ਪੁੱਤਰ ਹੈ। ਨਿਮਰਤਾ ਸੀ ਸਤਿਗੁਰੂ ਦੇ ਅੰਦਰ, ਇਸ ਕਰਕੇ ਸੁਨੇਹਾ ਭੇਜਿਆ, ਨਿਮਰਤਾ ਦੀ ਸੱਦ ਘੱਲੀ, ਪਰ ਉਹਨੇ ਨਿਮਰਤਾ ਨੂੰ ਕਾਇਰਤਾ ਸਮਝਿਆ ਵੀ ਸ਼ਾਇਦ ਮੇਰੇ ਤੋਂ ਡਰ ਰਹੇ ਹਨ। ਡਰਪਤ ਮੁਝ ਤੇ ਦੋਸ਼ ਦੀਏ ਅਹੰਕਾਰ ਅਫਾਰਾ। ਭਾਈ ਗੁਰਦਾਸ ਜੀ ਕਹਿਣ ਲੱਗੇ ਮਹਾਰਾਜ ਤੁਹਾਡੇ ਪ੍ਰਤੀ ਸ਼ਬਦ ਵਰਤਦਾ ਹੈ ਵੀ ਤੁਸੀਂ ਡਰ ਗਏ ਹੋ, ਇਸ ਕਰਕੇ ਤੁਸੀਂ ਭਾਈ ਗੁਰਦਾਸ ਨੂੰ ਮੇਰੇ ਕੋਲ ਭੇਜਿਆ ਹੈ। ਅਬ ਨੈ ਕਛੂ ਕਹੀਜੀਐ ਸੋ ਕਰੋ ਪੁਕਾਰਾ। ਇਸ ਕਰਕੇ ਭਾਈ ਸਾਹਿਬ ਕਹਿਣ ਲੱਗੇ ਮਹਾਰਾਜ ਹੁਣ ਆਪਾਂ ਦੁਬਾਰਾ ਉਹਦੇ ਕੋਲ ਨਹੀਂ ਜਾਣਾ, ਅਸੀਂ ਉਹਦੇ ਅੱਗੇ ਝੁਕਣਾ ਨਹੀਂ, ਹੁਣ ਜੋ ਕਰਦਾ ਉਹਨੂੰ ਕਰ ਲੈਣ ਦਿਓ, ਪਰ ਆਪਾਂ ਉਹਨੂੰ ਹੁਣ ਮਨਾਉਣਾ ਬਿਲਕੁਲ ਵੀ ਨਹੀਂ ਹੈ। ਸ੍ਰੀ ਗੁਰੂ ਨਾਨਕ ਜੋ ਕਰੈ ਸੋਈ ਹੋਏ ਕਾਰਾ। ਬਾਕੀ ਅੱਗੇ ਜੋ ਗੁਰੂ ਨਾਨਕ ਨੂੰ ਭਾਉਂਦਾ ਹੋਵੇਗਾ ਉਹੀ ਹੋਵੇਗਾ, ਪਰ ਆਪਾਂ ਹੁਣ ਇਹਦੇ ਅੱਗੇ ਬਿਲਕੁਲ ਨਹੀਂ ਝੁਕਣਾ। ਤੁਰਕ ਨੇ ਆਗੇ ਦੀਨ ਬਨ ਬਿਨਤੀ ਨਿਤ ਠਾਨੈ। ਹਾਂ, ਤੁਰਕਾਂ ਦੇ ਅੱਗੇ ਦੀਨ ਬਣ ਕੇ ਬਿਨਤੀ ਕਰੇਗਾ, ਐਸਾ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵਿਚਾਰ ਲਿਆ। ਵੱਡਿਆਂ ਕੀ ਬੜਤਾ ਜੋ ਤੀਨ ਹਿਰਦੈ ਪਛਾਨੈ। ਮਹਾਰਾਜ ਕਹਿੰਦੇ ਜੋ ਵੱਡਿਆਂ ਨੇ ਆਪਣੀ ਸਤਾ ਕਾਇਮ ਕੀਤੀ ਸੀ, ਜਿਵੇਂ ਅਕਬਰ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਝੁਕਦਾ ਰਿਹਾ,
ਦਿੱਲੀ ਦਰਬਾਰ ਗੁਰੂ ਦੇ ਦਰਬਾਰ ਵਿੱਚ ਝੁਕਦਾ ਰਿਹਾ। ਮਹਾਰਾਜ ਕਹਿੰਦੇ ਮੂਰਖ ਉਹਨਾਂ ਦੇ ਦੁਆਰੇ ਤੇ ਹੁਣ ਜਾ ਕੇ ਝੁਕੇਗਾ। ਮਤ ਮੂਰਖ ਹੋਰਾ ਭਇਓ ਨਿਜ ਧਰਮ ਬਿਗਾਰਾ। ਆਪਣਾ ਧਰਮ ਤੋਂ ਵੀ ਥੱਲੇ ਡਿੱਗੇਗਾ। ਮਤ ਹੌਲੀ ਪੈ ਗਈ ਇਸ ਦੀ। ਮੂਰਖ ਹੈ, ਵਿਚਾਰ ਕੇ ਨਹੀਂ ਦੇਖਦਾ ਵੀ ਤੂੰ ਕਿਹਨਾਂ ਦੀ ਸ਼ਰਨ ਵਿੱਚ ਜਾ ਰਿਹਾ ਹੈ। ਹਾਥ ਕਛੂ ਨ ਆਵਹੀ ਮਨ ਛਨ ਸਾਰਾ। ਹੱਥ ਵਿੱਚ ਕੁਛ ਵੀ ਨਹੀਂ ਆਉਣਾ, ਮਨ ਕਰਕੇ ਤੂੰ ਥੱਲੇ ਡਿੱਗ ਪਿਆ। ਤੁਰਕਾਂ ਦੀ ਸ਼ਰਨ ਵਿੱਚ ਜਾ ਰਿਹਾ। ਗੁਰੂ ਪੁੱਤਰ ਹੋ ਕੇ ਤੈਨੂੰ ਲੱਜਾ ਆਉਣੀ ਚਾਹੀਦੀ ਹੈ। ਦੋਹਰਾ ਇਮ ਕੈ ਸ਼੍ਰੀ ਗੁਰ ਮੋਹਨ ਧਾਰ ਕਯੋ ਬਾਕ ਨ ਫੇਰ। ਇਸ ਤਰ੍ਹਾਂ ਕਹਿ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਿਲਕੁਲ ਚੁੱਪ ਹੈਗੇ। ਫਿਰ ਦੁਬਾਰਾ ਕੋਈ ਬਚਨ ਨਹੀਂ ਕਿਹਾ। ਭਾਣਾ ਸ੍ਰੀ ਕਰਤਾਰ ਕੋ ਜਾਣ ਹੈ ਨੀਕੋ ਹੇਰ। ਉਸ ਪਰਮੇਸ਼ਰ ਦਾ ਭਾਣਾ ਮੰਨ ਕੇ ਵੀ ਠੀਕ ਹੈ, ਜਿਵੇਂ ਉਸ ਦੀ ਰਜਾ ਹੈ, ਜਿਵੇਂ ਮਾਲਕ ਦਾ ਹੁਕਮ ਸੀ ਉਹਦੇ ਹੁਕਮ ਵਿੱਚ ਇਹ ਸਭ ਕੁਝ ਹੋ ਰਿਹਾ। ਭਾਣਾ ਮਿੱਠਾ ਕਰਕੇ ਮੰਨਿਆ ਹੈ। ਦੋਹਰਾ ਪ੍ਰਿਥੀਏ ਪਾਛੇ ਦੁਖੀ ਹੋਈ ਚਿਤਵਤ ਚਿਤ ਅਤ ਚਿੰਤ। ਕਹਿ ਲੱਗੇ ਉਧਰ ਦੂਸਰੇ ਪਾਸੇ ਦੇਖੋ, ਪਿਰਥੀਆ ਰਾਤ ਦਿਨ ਚਿੰਤਾ ਦੇ ਵਿੱਚ ਪਿਆ ਸੜ ਰਿਹਾ ਹੈ। ਨਹੀਂ ਸੁਹਾਵਤ ਅਪਰ ਕੁਛ ਗਿਣਤੀ ਗਿਣਤ ਅਨੰਤ। ਰਾਤ ਦਿਨ ਗਿਣਤੀਆਂ ਗਿਣਦਾ ਕਿਹੜੀ ਸ਼ੁਭ ਘੜੀ ਆਏਗੀ ਜਦੋਂ ਮੈਂ ਜਹਾਂਗੀਰ ਅੱਗੇ ਪੇਸ਼ ਹੋਵਾਂਗਾ, ਉਹਨੂੰ ਸਾਰੀ ਗੱਲ ਦੱਸਾਂਗਾ। ਇਸ ਤਰ੍ਹਾਂ ਗਿਣਤੀਆਂ ਗਿਣ ਰਿਹਾ ਹੈ। ਚਾਉ ਪਈ ਨੀਂਦ ਨ ਆਵਤ ਸੋਚਨ ਸੋਚਨ। ਹਰ ਰਾਤ ਦਿਨ ਸੋਚਾਂ ਸੋਚਦਾ ਹੈ। ਜਿੱਥੇ ਦਿਨ ਵਿਖੇ ਤੜਫਦਾ ਰਹਿੰਦਾ ਹੈ, ਉੱਠਦਾ ਹੈ, ਬਹਿੰਦਾ, ਰਾਤ ਵੀ ਅੱਖਾਂ ਬੰਦ ਨਹੀਂ ਹੁੰਦੀਆਂ। ਨਿਸਮੈ ਮਿਲਤ ਨ ਪਲਕ ਵਿਲੋਚਨ। ਹਾਂ, ਰਾਤ ਵੀ ਅੱਖਾਂ ਨਾ ਬੰਦ ਹੋਣ ਕਰਕੇ ਦਿਨ ਰਾਤ ਚਿੰਤਾ ਦੇ ਵਿੱਚ ਹੈ। ਮਹਿਦ ਕਸ਼ਟ ਪਨੋ ਮਹਿ ਕਲਪਤ। ਬਹੁਤ ਜ਼ਿਆਦਾ ਕਸ਼ਟ ਪਾ ਰਿਹਾ, ਅੰਦਰ ਕਲਪਿਆ ਪਿਆ ਹੈ। ਬਿਨਾ ਅਰਥ ਮਤ ਮੂਰਖ ਜਲਪਤ। ਹਾਂ, ਕਹਿੰਦੇ ਮਤ ਨਹੀਂ, ਮੂਰਖਾਂ ਦੀ ਤਰ੍ਹਾਂ ਵਿਚਾਰਦਾ ਹੈ। ਦਿਵਸ ਵਿਖੈ ਨ ਭੋਜਨ ਭਾਵਤ। ਦਿਨ ਵਿਖੇ ਵੀ ਕੋਈ ਜੀ ਨਹੀਂ ਕਰਦਾ ਕਿ ਉਹ ਮਨ ਭਾਉਂਦੀ ਚੀਜ਼ ਛਕ ਲਵਾਂ। ਘਟੀ ਉਤਾਰਤ ਏਕ ਚੜਾਵਤ। ਹਾਂ, ਇੱਕ ਸਕੀਮ ਬਣਾਉਂਦਾ ਹੈ, ਉਹਨੂੰ ਫਿਰ ਰੱਦ ਕਰ ਦਿੰਦਾ ਹੈ। ਫਿਰ ਕੋਈ ਨਵਾਂ ਬਹਾਨਾ ਬਣਾਉਂਦਾ ਵੀ ਕਿਵੇਂ ਜਹਾਂਗੀਰ ਦੇ ਅੱਗੇ ਪੇਸ਼ ਹੋਣਾ ਹੈ, ਕਿਵੇਂ ਸਾਰੀ ਰਿਪੋਰਟ ਤਿਆਰ ਕਰਕੇ ਦੇਣੀ ਹੈ। ਦੁਰਲਭ ਭਇਓ ਕ੍ਰਾਂਤ ਤੇ ਖਾਲੀ। ਹਾਂ, ਦੁਰਲਭ ਭਇਓ ਪ੍ਰਾਂਤ ਤੇ ਖਾਲੀ। ਕਹਿੰਦੇ ਕੋਈ ਵੀ ਐਸਾ ਸ਼ੁਭ ਗੁਣ ਨਹੀਂ ਜਿਹਨੂੰ ਇਹ ਧਾਰਨ ਕਰ ਸਕੇ। ਔਰ ਸੁਗਲਤ ਲਕਰੀ ਜਿਮ ਆਲੀ। ਹਾਂ, ਔਰ ਦੇ ਵਿੱਚੋਂ ਇਸ ਤਰ੍ਹਾਂ ਖਾਲੀ ਹੈ। ਕਹਿਣ ਲੱਗੇ ਅੰਦਰ ਕੋਈ ਨਿਮਰਤਾ ਨਹੀਂ, ਕੋਈ ਪਿਆਰ ਨਹੀਂ। ਭਾਂਡਾ ਬਿਲਕੁਲ ਗੁਣਾ ਤੋਂ ਖਾਲੀ ਹੋ ਚੁੱਕਾ ਹੈ। ਸ੍ਰੀ ਅਰਜਨ ਪ੍ਰਭਤਾ ਬਹੁ ਭਾਂਤੀ। ਦੂਸਰੇ ਪਾਸੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਪ੍ਰਭਤਾ, ਉਹਨਾਂ ਦੀ ਮਹਿਮਾ ਧੂਣ ਸਵਾਰੀ ਹੋ ਰਹੀ ਹੈ। ਚੁਬਤ ਸੇਲ ਸਮਰੜ ਕਤਕ ਛਾਤੀ। ਹਾਂ, ਉਹ ਇਸ ਤਰ੍ਹਾਂ ਚੁਭਦੀ ਹੈ ਮਹਿਮਾ ਜਿਵੇਂ ਕਿਸੇ ਛਾਤੀ ਦੇ ਵਿੱਚ ਵਰਸ਼ਾ ਆਣ ਕੇ ਮਾਰਿਆ ਹੋਵੇ। ਸ੍ਰੀ ਹਰਗੋਬਿੰਦ ਕੀ ਸੁੰਦਰਤਾ ਆਈ। ਉਧਰ ਰੋਜ਼ ਖਬਰਾਂ ਸੁਣਦਾ ਹੈ ਵੀ ਗੁਰੂ ਅਰਜਨ ਸਾਹਿਬ ਜੀ ਦਾ ਸੁਪੁੱਤਰ ਬਾਲ ਹਰਗੋਬਿੰਦ ਦਿਨੋਂ ਦਿਨ ਜਵਾਨ ਹੋ ਰਹੇ ਨੇ। ਉਹ ਬੜੇ ਨੈਣ ਨਕਸ਼ ਸੋਹਣੇ ਨੇ, ਬੜੇ ਸੁੰਦਰ ਲੱਗਦੇ ਹਨ। ਨਿਤ ਚੇਤਵਤ ਫਿਰਗੀ ਜਰਦਾਈ। ਹਾਂ, ਰੋਜ਼ ਸੋਚਦਾ ਹੈ ਜਦੋਂ ਐਸੀਆਂ ਖਬਰਾਂ ਸੁਣਦਾ ਹੈ ਤੇ ਜਰਦੇ ਵਰਗਾ ਰੰਗ ਭਾਵ ਪੀਲਾ ਹੁੰਦਾ ਹੈ, ਕਮਜ਼ੋਰ ਹੋ ਰਿਹਾ ਹੈ। ਮਤ ਸਰ ਪਾਵਕ ਪੁੰਜ ਪ੍ਰਜਲਤੀ। ਹਾਂ, ਮਤ ਸਰ ਦੇ ਕਰਕੇ ਈਰਖਾ ਕਰਕੇ ਗੁਰੂ ਦੀ ਬਰਾਬਰਤੀ ਕਰਨਾ ਚਾਹੁੰਦਾ ਹੈ ਪਰ ਹੁੰਦੀ ਨਹੀਂ, ਅੰਦਰ ਸਾੜਾ ਹੈ। ਪੂਜਾ ਅਜਕ ਹੋਤ ਨ ਭੁਲਤੀ। ਹਾਂ, ਅੰਦਰ ਇਹੀ ਫੁਰਨਾ ਹੈ ਵੀ ਬੜੀ ਪੂਜਾ ਹੋ ਰਹੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ, ਉਹਨਾਂ ਵਿਚਾਰਾਂ ਨੂੰ ਭੁਲਾ ਨਹੀਂ ਸਕਦਾ। ਵਧਿਓ ਗੁਰੂ ਕੈ ਅਧਿਕ ਪ੍ਰਤਾਪੂ। ਹਾਂ, ਦਿਨ ਰਾਤ ਗੁਰੂ ਸਾਹਿਬ ਦਾ ਪ੍ਰਤਾਪ ਵੱਧ ਰਿਹਾ ਹੈ। ਨਿਤ ਜਿਮ ਤਈਆ ਤਾਪ ਸੰਤਾਪੂ। ਤੇ ਇਹਨੂੰ ਇਸ ਤਰ੍ਹਾਂ ਦੁੱਖ ਹੁੰਦਾ ਜਿਵੇਂ ਕਿਸੇ ਨੂੰ ਤਈਆ ਤਾਪ ਚੜਿਆ ਹੋਵੇ, ਕਦੀ ਚੜ ਗਿਆ ਕਦੀ ਲੈ ਗਿਆ, ਉਹ ਟੁੱਟਦਾ ਨਹੀਂ ਬੁਖਾਰ। ਇਸੇ ਤਰ੍ਹਾਂ ਇਹਦੇ ਚਿੰਤਾ ਦੀ ਲੜੀ ਟੁੱਟਦੀ ਨਹੀਂ। ਜੇ ਤਾਂ ਕੋਈ ਆ ਗਿਆ 2 ਮਿੰਟ ਹੱਸ ਕੇ ਗੱਲ ਕਰ ਲੈਂਦਾ ਹੈ, ਜਦੋਂ ਚੁੱਪ ਕਰਦਾ ਹੈ ਫਿਰ ਉਸੇ ਚਿੰਤਾ ਦੇ ਵਿੱਚ ਡੁੱਬ ਜਾਂਦਾ ਹੈ। ਹੁਣ ਪਾਛੇ ਭਾਈ ਗੁਰਦਾਸੂ। ਹਾਂ, ਉਧਰੋਂ ਪਿੱਛੇ ਜੋ ਭਾਈ ਗੁਰਦਾਸ ਜੀ ਹਨ, ਕਰਕੇ ਵਾਰ ਪਠੀ ਠਿਗ ਤਾਸੂ। ਹਾਂ, ਕਰਕੇ ਵਾਰ ਨੂੰ ਲਿਖ ਕੇ ਭਾਈ ਗੁਰਦਾਸ ਨੇ ਜੋ ਪਿਰਥੀਏ ਦੇ ਕੋਲ ਭੇਜੀ ਸੀ, ਜਿਹਦੇ ਵਿੱਚ ਮੀਣਿਆਂ ਦਾ ਜ਼ਿਕਰ ਹੈ। ਕਾਹੇ ਲਗੇ ਅੰਗ ਅੰਗ ਵਿਸਾਲਾ। ਉਹ ਤਾਂ ਸਮਝੋ ਕਹਿਣ ਲੱਗੇ ਵੀ ਥਾਂ ਥਾਂ ਤੋਂ ਪਿਰਥੀਏ ਨੂੰ ਫੱਟੜ ਕਰ ਦਿੱਤਾ ਹੈ ਉਸ ਵਾਰ ਨੇ। ਤਿਨ ਪਰ ਮਨੋ ਲਵਨ ਕਸ ਡਾਲਾ। ਉਹ ਤਾਂ ਇਸ ਤਰ੍ਹਾਂ ਜਿਵੇਂ ਪਹਿਲਾਂ ਹੀ ਦੁਖੀ ਸੀ, ਜ਼ਖਮ ਤਾਂ ਪਹਿਲਾਂ ਹੀ ਬੜੇ ਸਨ, ਉੱਤੇ ਲੂਣ ਪਾਉਣ ਦਾ ਕੰਮ ਕੀਤਾ ਹੈ ਭਾਈ ਗੁਰਦਾਸ ਜੀ ਦੀ ਵਾਰ ਨੇ। ਜਮ ਪਾਕੇ ਬਣ ਗਾਡੀ ਪੀਰਾ। ਜਿਵੇਂ ਕਿਸੇ ਦਾ ਜ਼ਖਮ ਪੱਕ ਜਾਏ, ਫੋੜਾ ਪੱਕ ਜਾਏ ਤੇ ਬੜਾ ਦੁਖਦਾਈ ਲੱਗਦਾ ਹੈ। ਪਾਏ ਮਰਚ ਚੂਰਨ ਦੇ ਚੀਰਾ। ਹਾਂ, ਜੇ ਕੋ ਉਸ ਪੱਕੇ ਹੋਏ ਜ਼ਖਮ ਦੇ ਵਿੱਚ ਚੀਰਾ ਦੇ ਕੇ ਵਿੱਚ ਲੂਣ ਤੇ ਮਿਰਚਾਂ ਨੂੰ ਡਾ ਪਾ ਦਵੇ
ਤੇ ਉਹ ਬੰਦਾ ਤੜਫ ਉੱਠਦਾ, ਕਹਿੰਦੇ ਇਹ ਹਾਲਾਤ ਬਣੇ ਨੇ ਪਿਰਥੀਏ ਦੇ। ਰਾਤ ਦਿਵਸ ਚਿੰਤਾ ਗਲ ਤਾਨੇ, ਰਾਤ ਦਿਨ ਉਸੇ ਚਿੰਤਾ ਦੇ ਵਿੱਚ ਤੜਫਦਾ ਪਿਆ ਵੀ ਗੁਰੂ ਅਰਜਨ ਸਾਹਿਬ ਕਿਉਂ ਸੁਖੀ ਨੇ, ਭਾਈ ਗੁਰਦਾਸ ਨੇ ਕੀ ਕੁਝ ਮੇਰੇ ਪ੍ਰਤੀ ਲਿਖਿਆ ਹੈ। ਬੈਠਿਓ ਨਿਕਟ ਨਹੀਂ ਨਰ ਜਾਣੇ, ਹਾਂ ਕੋਈ ਵੀ ਉਹਦੇ ਕੋਲ ਆ ਕੇ ਬੈਠ ਜਾਂਦਾ, ਉਹਨੂੰ ਪਤਾ ਹੀ ਨਹੀਂ ਲੱਗਦਾ ਮੇਰੇ ਕੋਲ ਕੌਣ ਬੈਠਾ, ਮੈਂ ਕੀ ਗੱਲ ਕਰਨੀ ਹੈ, ਇੰਨਾ ਚਿੰਤਾ ਦੇ ਵਿੱਚ ਦੁਖੀ ਹੈ। ਉੱਡਿਓ ਰਹਿ ਮਨ ਗਹਿ ਨ ਥਿਰਤਾ, ਹਾਂ ਉੜਦਾ ਰਹਿੰਦਾ ਮਨ ਦਸੇ ਦਿਸ਼ਾਵਾਂ ਦੇ ਵਿੱਚ, ਇੱਕ ਪਲ ਵੀ ਚੈਨ ਨਹੀਂ ਆਉਂਦਾ। ਵਹਿਓ ਜਾਤ ਨਿਤ ਚਿੰਤਾ ਸਰਤਾ, ਹਾਂ ਕਹਿਣ ਲੱਗੇ ਵਹਿਆ ਨਦੀ ਦੀ ਤਰ੍ਹਾਂ, ਜਿਵੇਂ ਨਦੀ ਲਗਾਤਾਰ ਵਹਿੰਦੀ ਰਹਿੰਦੀ, ਉਹਦੇ ਪਾਣੀ ਵਿੱਚ ਖੜੋਤ ਨਹੀਂ ਆਉਂਦੀ, ਇਸੇ ਤਰ੍ਹਾਂ ਚਿੰਤਾ ਦੀ ਲੜੀ ਪਿਰਥੀਏ ਦੇ ਅੰਦਰੋਂ ਟੁੱਟ ਨਹੀਂ ਰਹੀ। ਬਹੁਤ ਭਾਂਤ ਕਰਮੋਂ ਸਮਝਾਵੇ, ਬੜੇ ਢੰਗਾਂ ਦੇ ਨਾਲ ਉਹਦੀ ਘਰ ਵਾਲੀ ਬੀਬੀ ਕਰਮੋਂ ਨੂੰ ਸਮਝਾਉਣ ਦਾ ਯਤਨ ਕਰਦੀ ਹੈ। ਰੁਚ ਸੋ ਭੋਜਨ ਕਿਉਂ ਨਾ ਖਾਵੇ, ਕਹਿੰਦੀ ਹੈ ਸਮਝਾਉਂਦੀ ਹੈ, ਤੁਸੀਂ ਪਹਿਲਾਂ ਦੀ ਤਰ੍ਹਾਂ ਹੁਣ ਭੋਜਨ ਕਿਉਂ ਨਹੀਂ ਛਕਦੇ, ਤੁਹਾਡੀ ਤਾਂ ਭੁੱਖ ਹੀ ਮਰ ਗਈ ਹੈ। ਹਮਰੀ ਵੀ ਹੋਵਤ ਗੁਜ਼ਰਾਨਾ, ਹਾਂ ਸਾਡਾ ਵੀ ਵਧੀਆ ਗੁਜਰਾਨ ਹੋ ਰਿਹਾ ਹੈ, ਅਸੀਂ ਪ੍ਰਸ਼ਾਦਾ ਛਕ ਰਹੇ ਹਾਂ, ਤੁਸੀਂ ਚਿੰਤਾ ਕਿਉਂ ਕਰਦੇ ਹੋ। ਆਨਤ ਸਿੱਖ ਉਪਾਇਨ ਨਾਨਾ, ਤੁਹਾਡੇ ਚਰਨਾਂ ਵਿੱਚ ਵੀ ਤੇ ਆ ਕੇ ਸਿੱਖ ਭਿਟਾਵਾਂ ਰੱਖਦੇ ਹੀ ਨੇ, ਉਹ ਵੀ ਤੁਹਾਨੂੰ ਨਮਸਕਾਰਾਂ ਕਰਦੇ ਹਨ। ਕਰਤੇ ਰਹੋ ਮੈਦ ਉਦਯੋਗਾ, ਹਾਂ ਇਸ ਕਰਕੇ ਬਹੁਤਾ ਚਿੰਤਾ ਵਿੱਚ ਡੁੱਬਣ ਦੀ ਲੋੜ ਨਹੀਂ, ਥੋੜਾ ਥੋੜਾ ਉਦਮ ਕਰਦੇ ਰਹੋ ਕਿ ਆਪਾਂ ਕਿਵੇਂ ਗੁਰੂ ਅਰਜਨ ਸਾਹਿਬ ਨੂੰ ਜੇਲ੍ਹ ਵਿੱਚ ਬੰਦ ਕਰਾਂਗੇ, ਕਿਵੇਂ ਉਹਨਾਂ ਕੋਲੋਂ ਗੁਰਤਾ ਗੱਦੀ ਪ੍ਰਾਪਤ ਕਰਾਂਗੇ, ਕਿਸ ਢੰਗ ਨਾਲ ਉਹਨਾਂ ਦਾ ਪਰਿਵਾਰ ਉਜਾੜਨਾ, ਇਹਦੇ ਬਾਰੇ ਬਹੁਤੀ ਗੰਭੀਰਤਾ ਨਾਲ ਨਹੀਂ, ਥੋੜਾ ਥੋੜਾ ਯਤਨ ਕਰੋ। ਜਿਮ ਸ਼ਰੀਕ ਹੋਏ ਹਾਨਤ ਜੋਗਾ, ਹਾਂ ਜਿਸ ਤਰ੍ਹਾਂ ਅਸੀਂ ਆਪਣੇ ਸ਼ਰੀਕਾਂ ਨੂੰ ਨੀਵਾਂ ਕਰ ਸਕੀਏ। ਮਿਲੋ ਸਲਾਹ ਕਰੋ ਸੁਲਹੀ ਸੋ, ਇਸ ਕਰਕੇ ਤੁਸੀਂ ਸੁਲਹੀ ਖਾਨ ਦੇ ਨਾਲ ਮੇਲ ਮਿਲਾਪ ਆਪਣਾ ਕਾਇਮ ਰੱਖੋ, ਉਹਦੇ ਨਾਲ ਗੱਲਬਾਤ ਜਾਰੀ ਰੱਖੋ। ਦਿੱਲੀ ਪਹੁੰਚਣ ਹੋਏ ਜਲਦੀ ਸੋ, ਹਾਂ ਜਦੋਂ ਤੁਸੀਂ ਦਿੱਲੀ ਦਰਬਾਰ ਦੇ ਵਿੱਚ ਪਹੁੰਚੋਗੇ, ਕਬ ਕਬ ਕਰਮੋ ਧੀਰਜ ਦੇਤ, ਇਸ ਤਰ੍ਹਾਂ ਬੀਬੀ ਕਰਮੋ ਧੀਰਜ ਦਿੰਦੀ ਹੈ ਵੀ ਹੌਲੀ ਹੌਲੀ ਚੱਲੋ, ਕੰਮ ਸਿਰੇ ਚੜ ਜਾਏਗਾ, ਬਹੁਤਾ ਚਿੰਤਾ ਕਰਨ ਦੀ ਲੋੜ ਨਹੀਂ। ਬਾਤੈ ਕਰਤ ਅਸਨ ਕਰ ਲੇਤ, ਇਸ ਤਰ੍ਹਾਂ ਕਹਿੰਦੇ ਕਰਮੋ ਕੁਝ ਸਮਾਂ ਗੱਲਾਂ ਕਰਦੀ ਹੈ ਤੇ ਗੱਲਾਂ ਗੱਲਾਂ ਦੇ ਵਿੱਚ ਦੋ ਪ੍ਰਸ਼ਾਦੇ ਛਕਾ ਦਿੰਦੀ ਹੈ। ਸੁਲਹੀ ਸਾਧ ਸੋ ਕਬੈ ਇਕੱਠ, ਆ ਉਧਰ ਕਦੇ ਕਦੇ ਸੁਲਹੀ ਖਾਨ ਦੇ ਕੋਲ ਚਲਿਆ ਜਾਂਦਾ ਹੈ ਪਿਰਥੀਆ, ਤੇ ਆਪਸ ਵਿੱਚ ਗੱਲਾਂ ਕਰਕੇ ਦੁੱਖ ਹੌਲਾ ਕਰਦੇ ਹਨ। ਸੰਕਟ ਕਰਤ ਨਿਵੇਦਨ ਬੈਠੈ, ਆਪਣਾ ਜੋ ਸੰਕਟ ਛਾਇਆ ਅੰਦਰ ਦਾ, ਉਹ ਸਾਰੀ ਵੇਦਨਾ ਪਿਰਥੀਏ ਦੇ ਅੱਗੇ ਜ਼ਾਹਰ ਕਰਦੇ ਹਨ। ਨਿਸ ਦਿਨ ਦਰਬ ਉਪਾਇਨ ਨਾਨਾ, ਹਾਂ ਬੜੇ ਢੰਗ ਦੇ ਨਾਲ ਬਿਆਨ ਕਰਦਾ ਹੈ ਪਿਰਥੀਆ ਵੀ ਦੇਖੋ ਰਾਤ ਦਿਨ ਸੰਗਤਾਂ ਸਾਨੂੰ ਨਮਸਕਾਰ ਕਰਦੀਆਂ, ਭੇਟਾਵਾਂ ਰੱਖਦੀਆਂ ਹਨ, ਪਰ ਭਾਈ ਅਰਜਨ ਕੇ ਢਿਗ ਆਨਾ, ਪਰ ਸਾਡੇ ਉਲਟ ਗੁਰੂ ਅਰਜਨ ਸਾਹਿਬ ਦੀ ਮਹਿਮਾ ਵੀ ਬੜੀ ਸੁਣਾਈ ਦੇ ਰਹੀ ਹੈ। ਉਹਨਾਂ ਦੇ ਕੋਲ ਵੀ ਹਜ਼ਾਰਾਂ ਸੰਗਤਾਂ ਆਉਂਦੀਆਂ ਨੇ, ਭੇਟਾਵਾਂ ਰੱਖਦੀਆਂ, ਮੱਥਾ ਟੇਕਦੀਆਂ ਹਨ। ਧਨੀ ਸਮਾਜ ਪ੍ਰਤਾਪ ਨਿਧਾਨਾ, ਦਿਨੋਂ ਦਿਨ ਉਹਨਾਂ ਦਾ ਪ੍ਰਤਾਪ ਵੱਧਦਾ ਜਾ ਰਿਹਾ, ਸੰਗਤਾਂ ਜੁੜ ਰਹੀਆਂ ਨੇ, ਪੈਸੇ ਕਰਕੇ ਵੀ ਅਮੀਰ ਹੋਈ ਜਾ ਰਹੇ ਹਨ। ਬਦਤ ਬਦਤ ਬਦ ਗਇਓ ਮਹਾਨਾ, ਵੱਧਦਿਆਂ ਵੱਧਦਿਆਂ ਸਾਡਾ ਸ਼ਰੀਕ ਦੇਖੋ ਕਿੱਡਾ ਵੱਡਾ ਕਾਰੋ ਵਿਹਾਰ ਬਣਾ ਲਿਆ ਹੈ। ਚਲਨ ਸ਼ਾਹੋ ਢਿਗ ਠਠੋ ਉਪਾਉ, ਇਸ ਕਰਕੇ ਪਿਰਥੀਆ ਕਹਿਣ ਲੱਗਾ ਸੁਲਹੀ ਖਾਂ ਕੋਈ ਉਪਾਅ ਕਰੋ, ਜੇ ਸਮੇਂ ਤੋਂ ਬਾਹਰ ਲੰਘ ਗਿਆ ਕੰਮ ਫਿਰ ਕਾਬੂ ਕਰਨਾ ਔਖਾ ਹੋ ਜਾਏਗਾ। ਸੋ ਜਿੰਨੀ ਛੇਤੀ ਹੋ ਸਕਦਾ ਆਪਾਂ ਗੁਰੂ ਅਰਜਨ ਸਾਹਿਬ ਨੂੰ ਕੈਦ ਵਿੱਚ ਪਾ ਦਈਏ। ਕਰ ਲੀਜੈ ਕਾਰਜ ਰਹਿ ਕਾਊ, ਇਸ ਕਰਕੇ ਜਿਹੜਾ ਤੇਰਾ ਕਾਰਜ ਥੋੜਾ ਬਹੁਤਾ ਰਹਿੰਦਾ ਹੈ ਨਾ, ਜਿਹੜਾ ਤੂੰ ਟੈਕਸ ਮਾਮਲਾ ਇਕੱਠਾ ਕਰਨ ਵਾਸਤੇ ਆ, ਤੂੰ ਛੇਤੀ ਛੇਤੀ ਉਹ ਇਕੱਠਾ ਕਰ ਲੈ। ਮੋਰ ਮਨੋਰਥ ਤਹਿ ਤੇ ਪੂਰੇ, ਹਾਂ ਜਿਹੜੇ ਮੇਰੇ ਮਨ ਦੀਆਂ ਇਛਾਵਾਂ ਨੇ ਤੇਰੇ ਤੋਂ ਬਿਨਾ ਹੋਰ ਕਿਸੇ ਨੇ ਪੂਰਨ ਨਹੀਂ ਕਰਨੀਆਂ। ਸਾਹੋ ਸੰਗ ਹੋਏ ਮਿਲਨ ਹਦੂਰੇ, ਜਿਸ ਵਕਤ ਅਸੀਂ ਜਹਾਂਗੀਰ ਬਾਦਸ਼ਾਹ ਦੇ ਨਾਲ ਮੇਲ ਮਿਲਾਪ ਕਰਾਂਗੇ ਉਦੋਂ ਹੀ ਮੇਰੇ ਅੰਦਰ ਨੂੰ ਠੰਡ ਪਵੇਗੀ। ਤੂੰ ਸਮ ਸਖਾ ਰਹਿਤ ਚਿਤ ਆਸਾ, ਬਾਬਾ ਪਿਰਥੀਆ ਕਹਿਣ ਲੱਗਾ ਸੁਲਹੀ ਖਾਨ ਤੈਨੂੰ ਮੈਂ ਆਪਣਾ ਸੱਚਾ ਮਿੱਤਰ ਜਾਣਦਾ ਹੈ, ਤੂੰ ਹੀ ਮੇਰੀਆਂ ਆਸਾਂ ਪੂਰੀਆਂ ਕਰੇਂਗਾ। ਕਰੈ ਕਾਜ ਮੁਝ ਮਨ ਪਰਵਾਸਾ, ਮੇਰੇ ਮਨ ਵਿੱਚ ਪੱਕਾ ਵਿਸ਼ਵਾਸ ਹੈ ਤੇਰੇ ਤੋਂ ਬਿਨਾ ਮੇਰਾ ਕੋਈ ਕਾਰਜ ਨੇਪਰੇ ਨਹੀਂ ਚਾੜ ਸਕਦਾ। ਤੋਏ ਅਲੰਬ ਬਿਲੰਬ ਬਹੀਨਾ, ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਇਸ ਦੁਨੀਆ ਵਿੱਚ ਨਹੀਂ ਰਿਹਾ। ਆਏ ਕਦੰਬ ਮੋਹੇ ਗੁਰ ਕੀਨਾ, ਆਏ
ਜਿਹੜਾ ਮੈਨੂੰ ਗੁਰੂ ਨੇ ਦੁੱਖ ਦਿੱਤਾ ਇਸ ਤੋਂ ਬਿਨ ਤੇਰੇ ਤੋਂ ਬਿਨਾ ਕਿਸੇ ਨੇ ਦੂਰ ਨਹੀਂ ਕਰਨਾ। ਦੀਨੇ ਸਰਬ ਭਾਂਤ ਸੁਖ ਜੈਸੇ, ਹਾਂ ਜਿਸ ਤਰ੍ਹਾਂ ਤੂੰ ਮੈਨੂੰ ਪਹਿਲਾਂ ਸੁੱਖ ਦਿੱਤੇ ਨੇ, ਰਹਿਣ ਵਾਸਤੇ ਪਿੰਡ ਹੀਰਾ ਦਿੱਤਾ ਹੈ, ਮਕਾਨ ਬਣਾਉਣ ਵਾਸਤੇ ਪੈਸਾ ਦਿੱਤਾ ਹੈ, ਇਹ ਨੇਕਾਂ ਸੁਖ ਪਰਉਪਕਾਰ ਤੇਰੇ ਹੀ ਕੀਤੇ ਹਨ। ਲੈ ਦੇਵ ਹੋ ਗੁਰਤਾ ਚਲ ਤੈਸੇ, ਇਸ ਕਰਕੇ ਸੁਲਹੀ ਖਾਨ ਤੂੰ ਇਸ ਤਰ੍ਹਾਂ ਕਰ, ਜਿੱਥੇ ਸਭ ਕੁਝ ਮੈਨੂੰ ਦਿੱਤਾ ਹੈ ਇਹ ਗੁਰਤਾ ਗੱਦੀ ਵੀ ਤੇਰੇ ਤੋਂ ਬਿਨਾ ਮੈਨੂੰ ਹੋਰ ਕੋਈ ਨਹੀਂ ਦਿਵਾ ਸਕਦਾ। ਸੁਲਹੀ ਕਹਿਓ ਰਾਖ ਵਿਸ਼ਵਾਸਾ, ਸੁਲਹੀ ਕਹਿਣ ਲੱਗਾ ਪਿਰਥੀਆ ਕਾਲਾ ਨਾ ਪੈ, ਮੇਰੇ ਤੇ ਭਰੋਸਾ ਰੱਖ। ਦਿੱਲੀ ਚਲੇ ਪੁਰਬ ਤੁਮ ਆਸਾ, ਹਾਂ ਜਿਸ ਸਮੇਂ ਆਪਾਂ ਚੱਲ ਕੇ ਦਿੱਲੀ ਦਰਬਾਰ ਵਿੱਚ ਪਹੁੰਚਾਂਗੇ ਤੇਰੀ ਵੀ ਆਸਾ ਪੂਰਨ ਕਰ ਦਿਆਂਗੇ। ਕਰ ਲੀਨਸ ਕਾਰਜ ਮੈਂ ਸਾਰੇ, ਹਾਂ ਇਸ ਕਰਕੇ ਮੈਨੂੰ ਸਾਰੇ ਕੰਮ ਕਾਜ ਇਥੋਂ ਪੰਜਾਬ ਦੇ ਮੁਕਾ ਲੈਣ ਦੇ, ਆਪਾਂ ਕੁਝ ਦਿਨਾਂ ਬਾਅਦ ਦਿੱਲੀ ਚੱਲਾਂਗੇ। ਅਬੈ ਪ੍ਰਤੀਖਤ ਸਾਹੋ ਹਕਾਰੇ, ਹਾਂ ਹੁਣ ਮੈਨੂੰ ਭਰੋਸਾ ਹੈ ਵੀ ਕੁਝ ਦਿਨਾਂ ਦੇ ਬਾਅਦ ਬਾਦਸ਼ਾਹ ਸਾਨੂੰ ਵਾਪਸ ਦਿੱਲੀ ਬੁਲਾ ਲਵੇਗਾ। ਆਵੈ ਖਤ ਕਸ਼ ਥੋਰਨ ਦਿਨ ਮੈਂ, ਹਾਂ ਕੁਛ ਹੀ ਦਿਨਾਂ ਦੀ ਗੱਲ ਹੈ, ਚਿੱਠੀ ਆਉਣ ਹੀ ਵਾਲੀ ਹੈ। ਤੂਰਨ ਚਲੇ ਆਨੰਦ ਕਰ ਮਨ ਮੈਂ, ਹਾਂ ਤੂੰ ਸੁਖੀ ਰਹਿ ਮਨ ਕਰਕੇ, ਕੁਝ ਦਿਨਾਂ ਦੇ ਬਾਅਦ ਆਪਾਂ ਦਿੱਲੀ ਵੱਲ ਰਵਾਨਾ ਹੋ ਜਾਣਾ ਹੈ। ਇਸ ਪ੍ਰਕਾਰ ਦੇ ਧੀਰਜ ਰਾਖੇ, ਇਸ ਤਰ੍ਹਾਂ ਧੀਰਜ ਦੇ ਕੇ ਸੁਲਹੀ ਖਾਂ ਪਿਰਥੀ ਨੂੰ ਟਿਕਾਉਣ ਦਾ ਯਤਨ ਕਰ ਰਿਹਾ ਹੈ। ਦੇਤ ਦਰਬ ਅਰ ਮਾਦਰ ਭਾਖੇ, ਹਾਂ ਬੜੇ ਪਿਆਰੇ ਬੋਲ ਬੋਲਦਾ ਹੈ, ਕਿਉਂਕਿ ਰਾਜਨੀਤਿਕ ਬੰਦਾ ਹੈ ਤੇ ਉਹਨਾਂ ਦਾ ਸੁਭਾਅ ਇਸ ਤਰ੍ਹਾਂ ਹੀ ਹੁੰਦਾ ਹੈ ਵੀ ਆਪਸ ਵਿੱਚ ਪਰਿਵਾਰਾਂ ਨੂੰ ਪਾੜ ਕੇ ਰੱਖਣਾ, ਭਰਾਵਾਂ ਵਿੱਚ ਝਗੜਾ ਪੈਦਾ ਕਰਕੇ ਰੱਖਣਾ, ਤਾਂ ਕਰਕੇ ਉਹਨਾਂ ਦਾ ਆ ਰਾਜ ਭਾਗ ਕਾਇਮ ਰਹਿੰਦਾ ਹੈ। ਇਸ ਕਰਕੇ ਸੁਲਹੀ ਖਾਨ ਨੇ ਕੁਝ ਹੋਰ ਪੈਸੇ ਦੇ ਦਿੱਤੇ ਪਿਰਥੀ ਚੰਦ ਨੂੰ ਵੀ ਲੈ ਤੂੰ ਚਿੰਤਾ ਨਾ ਕਰ, ਤੂੰ ਆਪਣਾ ਗੁਜ਼ਾਰਾ ਜਾਰੀ ਰੱਖ। ਕੇਤਕ ਦਿਨ ਪੁਨ ਜਬੈ ਬਿਤਾਏ, ਹਾਂ ਇਸ ਤਰ੍ਹਾਂ ਸੋਚ ਵਿਚਾਰਾਂ ਕਰਦਿਆਂ ਜਦੋਂ ਕੁਝ ਦਿਨ ਬਤੀਤ ਹੋ ਗਏ, ਪ੍ਰਿਥਿਆ ਮਹਿਤ ਰਹਿ ਤਕ ਲਾਏ। ਹਾਂ ਜਿਹੜਾ ਪਿਰਥੀਆ ਹਰ ਸਮੇਂ ਵਿਆਕੁਲ ਸੀ ਦਿੱਲੀ ਜਾਣ ਵਾਸਤੇ, ਸੁਲਹੀ ਨੇ ਜੋ ਦੂਤ ਪਠਾਇਓ, ਹਾਂ ਸੁਲਹੀ ਖਾਨ ਨੇ ਜਿਹੜਾ ਆਪਣਾ ਸੇਵਕ ਦਿੱਲੀ ਭੇਜਿਆ ਸੀ, ਇਤਨੇ ਮੈਂ ਚਲ ਸੋਤੇ ਆਇਓ। ਕੁਝ ਦਿਨਾਂ ਦੇ ਬਾਅਦ ਉਹ ਵੀ ਚੱਲ ਕੇ ਵਾਪਸ ਇੱਥੇ ਲਾਹੌਰ ਪਿੰਡ ਹੀਰਾਂ ਦੇ ਵਿੱਚ ਆ ਗਿਆ। ਜਹਾਂਗੀਰ ਭੇਜਾ ਪਰਵਾਨਾ, ਉਹਦੇ ਹੱਥ ਵਿੱਚ ਇੱਕ ਚਿੱਠੀ ਸੀ ਜਿਹੜੀ ਜਹਾਂਗੀਰ ਬਾਦਸ਼ਾਹ ਨੇ ਭੇਜੀ ਸੀ, ਜੋ ਪੈਸਾ ਗੁਰਹਾ ਮਹਾਨਾ। ਹਾਂ ਜੋ ਦੇ ਵਿੱਚ ਬੜਾ ਮਹਾਨ ਸੰਦੇਸ਼ ਛੁਪਿਆ ਸੀ ਵੀ ਤੁਸੀਂ ਹੁਣ ਵਾਪਸ ਆ ਸਕਦੇ ਹੋ। ਸੋ ਲੈ ਕਰ ਆਵੋ ਮੁਝ ਓਰਾ, ਹਾਂ ਉਹ ਜਿਹੜੀ ਚਿੱਠੀ ਦੇ ਪੜ੍ਹ ਕੇ ਜਿਹਦੇ ਵਿੱਚ ਲਿਖਿਆ ਸੀ ਵੀ ਐ ਸੁਲਹੀ ਖਾਨ ਜੇ ਪੰਜਾਬ ਦੀ ਧਰਤੀ ਦਾ ਮਾਮਲਾ ਇਕੱਠਾ ਹੋ ਗਿਆ ਤੇ ਸਭ ਕੁਝ ਲੈ ਕੇ ਦਿੱਲੀ ਵਾਪਸ ਆ ਜਾ। ਖਤ ਦੇਖਤ ਨੈ ਰੋਥਤ ਥੋਰਾ, ਹਾਂ ਖਤ ਨੂੰ ਪੜ੍ਹਦਿਆਂ ਸਾਰੀ ਹੀ ਸੁਲਹੀ ਖਾਂ ਬੜਾ ਖੁਸ਼ ਹੋਇਆ ਹੈ। ਸੁਨ ਸੁਲਹੀ ਕਰ ਹਰਖ ਵਿਸਾਲਾ, ਸੁਣਦਿਆਂ ਸਾਰੀ ਸੁਲਹੀ ਖਾਂ ਖੁਸ਼ੀ ਦੇ ਨਾਲ ਝੂਮ ਉੱਠਿਆ। ਸੋਜ ਸਕੇਲ ਲਲਿਤ ਤਤਕਾਲਾ, ਆਓ ਮਨਸ਼ਾ ਪੂਰੀ ਹੋ ਗਈ ਜੋ ਰਾਤ ਦਿਨ ਆਪਣੇ ਮਨ ਦੇ ਵਿੱਚ ਸੋਚਦੇ ਸੀ ਵੀ ਕਦੋਂ ਚਿੱਠੀ ਆਏਗੀ, ਕਦੋਂ ਪੰਜਾਬ ਤੋਂ ਦਿੱਲੀ ਵੱਲ ਰਵਾਨਾ ਹੋਵਾਂਗੇ। ਆਪਣੀ ਸਭ ਤਿਆਰੀ ਕਰਵਾਏਸ, ਆਪਣੇ ਸਾਰੇ ਡੇਰੇ ਦਾ ਸਮਾਨ ਇਕੱਠਾ ਕਰਨ ਦਾ ਹੁਕਮ ਕਰ ਦਿੱਤਾ। ਦਰਬਜਕ ਹੀ ਸੰਗ ਲਵਾਏਸ, ਹਾਂ ਜਿਤਨਾ ਵੀ ਧਨ ਪਦਾਰਥ ਸੀ ਸਾਰਾ ਗੱਡਿਆਂ ਤੇ ਲੱਦ ਲਿਆ। ਬਲੀ ਤਰੰਗ ਮਤੰਗਨ ਲੀਨਸ, ਜਿੰਨੇ ਜਿੰਨੇ ਕੀਮਤੀ ਹਾਥੀ ਘੋੜੇ ਬਾਦਸ਼ਾਹ ਨੂੰ ਭੇਟ ਕਰਨ ਵਾਸਤੇ ਖਰੀਦੇ ਸਨ ਸਾਰੇ ਬੰਨ ਲਏ। ਬਸਤਰ ਵਿਭੂਖਨ ਸੁੰਦਰ ਕੀਨਸ, ਵਧੀਆ ਵਧੀਆ ਕੱਪੜੇ ਬਾਦਸ਼ਾਹ ਵਾਸਤੇ, ਚੰਗੀ ਕਿਸਮ ਦੇ ਗਹਿਣੇ, ਸਾਰਾ ਕੁਝ ਇਕੱਠਾ ਕਰ ਲਿਆ। ਨਜ਼ਰ ਦੇਨ ਵਸਤੂ ਬਹੁ ਮੋਲਾ, ਹਾਂ ਜੋ ਨਜ਼ਰਾਨਾ ਭੇਟ ਕਰਨਾ ਸੀ ਦਿੱਲੀ ਦਰਬਾਰ ਵਿੱਚ ਉਹ ਅਮੁੱਲਕ ਕੀਮਤੀ ਵਸਤੂਆਂ ਲੈ ਲਈਆਂ। ਸੰਚਤ ਕਰੀ ਦੇਸ ਢੰਡੋਲਾ, ਹਾਂ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਚੱਲਣ ਦਾ ਹੁਕਮ ਦੇ ਦਿੱਤਾ। ਸੁਨ ਪ੍ਰਿਥਿਆ ਨਿਜ ਅੰਗ ਨਾ ਮਾਵਤ, ਇੱਧਰ ਜਦੋਂ ਪਿਰਥੀਏ ਨੂੰ ਪਤਾ ਲੱਗਾ ਵੀ ਸੁਲਹੀ ਖਾਂ ਤਿਆਰੀਆਂ ਕਰ ਰਿਹਾ ਦਿੱਲੀ ਜਾਣ ਦੀਆਂ, ਇੰਨਾ ਖੁਸ਼ ਹੋਇਆ ਕਹਿੰਦੇ ਖੁਸ਼ੀ ਸਰੀਰ ਵਿੱਚ ਸਮਾਈ ਨਹੀਂ ਦਿੰਦੀ। ਭਰਿਓ ਹਰ ਹੰਕਾਰ ਵਧਾਵਤ, ਅੰਗ ਅੰਗ ਕਰਕੇ ਖੁਸ਼ੀ ਦੇ ਨਾਲ ਝੂਮ ਉੱਠਿਆ, ਹੰਕਾਰ ਦੇ ਨਾਲ ਭਰ ਗਿਆ। ਸਰਬ ਪ੍ਰਕਾਰ ਕੀਨਸ ਨਿਜ ਤਿਆਰੀ, ਸਾਰੇ ਤਰ੍ਹਾਂ ਕਰਕੇ ਇੱਧਰ ਹੁਣ ਪਿਰਥੀਏ ਨੇ ਵੀ ਆਪਣੀ ਤਿਆਰੀ ਆਰੰਭ ਕਰ ਦਿੱਤੀ ਵੀ ਦਿੱਲੀ ਚੱਲਣਾ ਹੈ। ਸੇਵਕ ਸਿੱਖ ਬ੍ਰਿੰਦ ਸੰਘਾਰੀ, ਜਿਤਨੇ ਵੀ ਸੇਵਕ ਸਿੱਖ ਦੀ ਸਿੱਖੀ ਸੇਵਕੀ ਸਨ ਸਾਰਿਆਂ ਨੂੰ ਕਹਿ ਦਿੱਤਾ ਵੀ ਤੁਸੀਂ ਵੀ ਮੇਰੇ ਨਾਲ ਦਿੱਲੀ ਚੱਲੋ, ਕਿਉਂਕਿ ਬਾਦਸ਼ਾਹਾਂ ਦੀ ਨਿਗਾਹ ਦੇ ਵਿੱਚ ਉਹੀ ਬੰਦਾ ਮਹਾਨ ਹੁੰਦਾ ਹੈ ਜਿਹਦੇ ਪਿੱਛੇ ਇਕੱਠ ਬੜਾ ਵੱਡਾ ਹੋਵੇ। ਬਾਦਸ਼ਾਹ ਤੇ ਪ੍ਰਭਾਵ ਪਾਉਣ ਵਾਸਤੇ ਬਾਬੇ ਪਿਰਥੀਏ ਨੇ
ਕਿੰਨੇ ਹੀ ਲੋਕਾਂ ਨੂੰ ਆਪਣੇ ਨਾਲ ਇਕੱਠਾ ਕਰ ਲਿਆ। ਬਹੁ ਮੋਲੇ ਬਸਤਰ ਬਨਵਾਇਸ, ਔਰ ਆਪਣੇ ਪਹਿਨਣ ਵਾਸਤੇ ਬੇਸ਼ਕੀਮਤੀ ਵਸਤਰ ਤਿਆਰ ਕਰਵਾ ਲਏ। ਮਿਲਨ ਸਾਉ ਹਿਤ ਬੇਸ ਸਜਾਇਸ, ਹਾਂ ਬਾਦਸ਼ਾਹ ਨੂੰ ਮਿਲਣ ਵਾਸਤੇ, ਉਹਦੇ ਤੇ ਪ੍ਰਭਾਵ ਪਾਉਣ ਵਾਸਤੇ ਆਪਣਾ ਚੰਗਾ ਠਾਠ ਬਣਾ ਲਿਆ। ਚੜ ਸੋਲੀ ਸੋ ਪ੍ਰਿਥਿਆ ਮਿਲਿਓ, ਔਰ ਚੜ ਕੇ ਘੋੜੇ ਉੱਤੇ ਪਿਰਥੀ ਖਾਨ ਦੇ ਨਾਲ ਮਿਲ ਗਿਆ। ਦਿੱਲੀ ਸਮੁਖ ਪੰਥ ਸੋ ਚਲਿਓ, ਹਾਂ ਦਿੱਲੀ ਦੇ ਰਸਤੇ ਤੇ ਦੋਵੇਂ ਦੁਸ਼ਟ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਦੋਸ਼ ਸਾਬਤ ਕਰਨ ਵਾਸਤੇ ਚੱਲ ਪਏ। ਸਭ ਪਰਿਵਾਰ ਹੇਹਰੀ ਰਹਿਓ, ਬਾਕੀ ਜਿਹੜਾ ਪਰਿਵਾਰ ਸੀ ਬਾਬੇ ਪੀਰਥੀਏ ਦੇ, ਉਹ ਸਾਰਾ ਹੇਰਾ ਪਿੰਡ ਵਿੱਚ ਹੀ ਟਿਕਿਆ ਹੈ। ਗੁਰਤਾ ਲੈਣ ਚਾਓ ਚਿਤ ਚਾਹਿਓ, ਹਾਂ ਬੜਾ ਚਾਅ ਚੜਿਆ ਵੀ ਹੁਣ ਕੁਝ ਦਿਨਾਂ ਦੇ ਬਾਅਦ ਮੈਨੂੰ ਗੁਰਤਾ ਗੱਦੀ ਮਿਲ ਜਾਣੀ ਹੈ। ਬਹੁ ਉਤਸਾਹ ਕਰਤ ਸੁਖ ਪਾਈ, ਬੜਾ ਉਤਸ਼ਾਹ ਮਨ ਦੇ ਵਿੱਚ, ਹੁਣ ਸੁਖੀ ਹੋਇਆ। ਹੁਣ ਈਰਖਾ ਦੀ ਅੱਗ ਥੋੜੀ ਜੀ ਠੰਡੀ ਪਈ ਹੈ। ਜਨ ਗੁਰਤਾ ਲੀਨਸ ਵਡਿਆਈ, ਕਹਿਣ ਲੱਗੇ ਐਸੀ ਖੁਸ਼ੀ ਹੈ ਵੀ ਸਮਝ ਲਓ ਵੀ ਉਹਨਾਂ ਨੂੰ ਗੁਰਤਾ ਗੱਦੀ ਮਿਲ ਹੀ ਗਈ ਹੈ। ਇਸ ਤਰ੍ਹਾਂ ਸਾਰਾ ਪਰਿਵਾਰ ਖੁਸ਼ੀ ਮਨਾਉਂਦਾ ਹੈ। ਸੁਲਹੀ ਪ੍ਰਿਥਿਆ ਮਾਰਗ ਪਰੇ, ਸੁਲਹੀ ਤੇ ਪਿਰਥੀਆ ਦੋਵੇਂ ਦੁਸ਼ਟ ਦਿੱਲੀ ਦੇ ਰਸਤੇ ਤੇ ਚੱਲ ਪਏ। ਲੋਕ ਹਜ਼ਾਰੋਂ ਸੰਗੀ ਕਰੇ, ਹਜ਼ਾਰਾਂ ਲੋਕ ਇਹਨਾਂ ਨੇ ਆਪਣੇ ਸੰਗੀ ਬਣਾ ਕੇ ਨਾਲ ਲੈ ਲਏ ਹਨ। ਮਜ਼ਲ ਕਰਤ ਮਾਰਗ ਉਗਲਾਨੇ, ਹਾਂ ਆਪਸ ਵਿੱਚ ਗੱਲਾਂ ਬਾਤਾਂ ਕਰਦਿਆਂ ਗੋਂਦਾਂ ਗੁੰਦਦਿਆਂ ਦੋਵੇਂ ਜਾਣੇ ਰਸਤਾ ਤੈਅ ਕਰ ਰਹੇ ਹਨ। ਦਿੱਲੀ ਨਗਰ ਜਾਏ ਨਿਟਕਾਨੇ, ਔਰ ਦਿੱਲੀ ਦਰਬਾਰ ਦੇ ਕੋਲ ਪਹੁੰਚ ਗਏ ਹਨ। ਡੇਰਾ ਕਰਿਓ ਆਪਣਾ ਥਾਨਾ, ਆਪੋ ਆਪਣੇ ਥਾਵਾਂ ਤੇ ਸੁਲਹੀ ਖਾਨ ਤੇ ਪਿਰਥੀਏ ਨੇ ਦੋਵਾਂ ਨੇ ਆਪਣਾ ਡੇਰਾ ਲਾ ਦਿੱਤਾ। ਪ੍ਰਿਥਿਆ ਉਤਰਿਓ ਟਿਗੇ ਠਾਨਾ, ਹਾਂ ਪਿਰਥੀਆ ਵੀ ਸੁਲਹੀ ਖਾਨ ਦੇ ਡੇਰੇ ਦੇ ਕੋਲ ਹੀ ਆਪਣਾ ਨਿਵਾਸ ਬਣਾ ਲਿਆ। ਦਿਵਸ ਅਗਲੇ ਹਜ਼ਰਤ ਪਾਸ, ਔਰ ਜਦੋਂ ਅਗਲਾ ਦਿਨ ਚੜਿਆ ਇਸ਼ਨਾਨ ਪਾਨ ਕਰਕੇ ਜਾਂ ਬਾਦਸ਼ਾਹ ਜਹਾਂਗੀਰ ਦੇ ਕੋਲ ਮਿਲਿਓ ਜਾਏ ਲੇਕਰ ਧਨ ਰਾਸ, ਹਾਂ ਵੱਡੀ ਗਿਣਤੀ ਦੇ ਵਿੱਚ ਧਨ ਲੈ ਕੇ ਪੈਸਾ ਲੈ ਕੇ ਸੁਲਹੀ ਖਾਨ ਦਰਬਾਰ ਵਿੱਚ ਹਾਜ਼ਰ ਹੋਇਆ ਹੈ। ਦੀਨਸ ਨਜ਼ਰ ਤਰੰਗ ਮਤੰਗੇ, ਬੜੇ ਬੜੇ ਬੇਸ਼ਕੀਮਤੀ ਘੋੜੇ ਹਾਥੀ ਬਾਦਸ਼ਾਹ ਦੇ ਨਜ਼ਰਾਨੇ ਵਜੋਂ ਭੇਟ ਕੀਤੇ ਹਨ। ਸੁੰਦਰ ਅਪਰ ਵਸਤਈ ਸੰਗੇ, ਹਾਂ ਹੋਰ ਜਿਤਨੀਆਂ ਵੀ ਸੁੰਦਰ ਬੇਸ਼ਕੀਮਤੀ ਵਸਤੂਆਂ ਸਨ ਸਾਰੀਆਂ ਬਾਦਸ਼ਾਹ ਨੂੰ ਜਾ ਕੇ ਭੇਟ ਕੀਤੀਆਂ। ਕਾਰਨ ਬਾਦਸ਼ਾਹ ਨੂੰ ਖੁਸ਼ ਕਰਾਂਗੇ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪ੍ਰਤੀ ਜੋ ਸਾਡੇ ਮਨਸੂਬੇ ਨੇ ਉਹਨਾਂ ਨੂੰ ਪ੍ਰਗਟ ਕਰਨ ਵਾਸਤੇ, ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਇਹਨਾਂ ਦੋਵਾਂ ਨੇ ਜੋ ਗੋਂਦ ਗੁੰਦੀ ਏ, ਆਪਣਾ ਪ੍ਰਭਾਵ ਕਿਸ ਤਰ੍ਹਾਂ ਪਾਉਂਦੇ ਨੇ ਕੱਲ ਦੇ ਦੀਵਾਨਾਂ ਅੰਦਰ ਸਰਵਣ ਕਰਾਂਗੇ। ਅੱਜ ਇੱਥੇ ਹੀ ਇਤਿਹਾਸ ਨੂੰ ਵਿਸ਼ਰਾਮ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਦਰ ਆਈ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ, ਦਰੋਂ ਕਰੋ ਸਿੱਖੀ ਸਿਦਕ ਭਰੋਸਾ ਨਾਮ ਦੀ ਦਾਤ, ਚਰਨਾਂ ਦੀ ਪ੍ਰੀਤ ਪ੍ਰਤੀਤ ਬਖਸ਼ਿਸ਼ ਕਰਨ। ਦਾਸ ਵੱਲੋਂ ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ। ਆਓ ਬੜੇ ਪਿਆਰ ਦੇ ਨਾਲ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।